ਧੱਕੇ ਨਾਲ ਇਹਨੂੰ ਵੱਧ ਅਧਿਕਾਰਾਂ ਦੀ ਲੜਾਈ ਤੱਕ ਲਿਜਾ ਰਹੇ ਹੋ, ਧੱਕੇ ਨਾਲ ਕਹਿ ਰਹੇ ਹੋ ਕਿ ਸਮੁੱਚਤਾ 'ਚ ਵੱਡੇ ਇਸ਼ੂਜ਼ ਨੂੰ ਦੇਖੋ, ਇਹ ਉਹ ਲੜਾਈ ਹੈ। ਜਦੋਂ ਸਾਡੇ ਕਿਸਾਨ ਆਗੂ ਬੰਗਾਲ ਗਏ ਆ ਅਸੀਂ ਮੋਦੀ ਨੂੰ ਹਰਾਉਣਾ, ਉਹ ਕੀ ਸੀ? ਉਹ ਕਿਸ ਗੱਲ ਦੀ ਲੜਾਈ ਸੀ? ਅੰਦੋਲਨ ਦਾ ਹਿੱਸਾ ਸੀਗਾ। ਜਿਹੜੀ ਸਰਕਾਰ ਗੱਲ ਨਹੀਂ ਸੁਣ ਰਹੀ ਉਹ ਸਰਕਾਰ ਤੋਂ ਗੱਲ ਸੁਣਾਉਣੀ। ਐਬਸੋਲੂਟਲੀ ਗੱਲ ਪੋਲੀਟੀਕਲ ਹੋ ਰਹੀ ਹੈ ਨਾ। ਕਿਸਾਨ ਆਗੂ ਕੀ ਕਹਿ ਰਹੇ ਆ? ਬੀਜੇਪੀ ਨੂੰ ਉੱਤੇ ਨਹੀਂ ਆਉਣ ਦੇਣਾ ਸੀ। ਗੱਲ ਸਹੀ ਹੈ ਨਾ। ਕਹਿ ਰਹੇ ਕਿ ਫਲਾਨੀ ਪਾਰਟੀ ਦਾ ਸਾਥ ਦੇ। ਨਹੀਂ, ਮੈਂ ਕਹਿੰਦਾ ਕੁਛ ਨਾ ਕਰੋ। ਅੱਜ ਕਿਸਾਨ ਆਗੂ ਸਾਡੇ ਗਰੰਟੀ ਦੇ ਦੇਣ ਵੀ 3 ਕਾਨੂੰਨ ਜੇ ਵਾਪਸ ਹੋ ਗਏ, ਇਸ ਤੋਂ ਬਾਅਦ ਨਵੇਂ ਕਾਨੂੰਨ ਕਿਸਾਨ ਵਿਰੋਧੀ ਜਾਂ ਸਾਡੇ ਲੋਕ ਵਿਰੋਧੀ ਨਹੀਂ ਆਉਣੇ ਜਾਂ ਪੰਜਾਬ ਵਿਰੋਧੀ ਨਹੀਂ ਆਉਣੇ। ਤੁਸੀਂ ਪੰਜਾਬ ਨੂੰ ਇਹ ਟਰੀਟ ਕਿਵੇਂ ਕਰ ਰਹੇ ਆ? ਇਹ ਪੋਲੀਟੀਕਲ ਸਿਸਟਮ ਪੰਜਾਬ ਨੂੰ ਟਰੀਟ ਕਿਵੇਂ ਕਰ ਰਿਹਾ? ਇਹ ਗੱਲ ਤਾਂ ਅਸੀਂ ਸਮਝੀਏ ਨਾ। ਦੀਪ ਸਿੱਧੂ ਦੇ ਸਵਾਲ ਹੁੰਦਾ ਕਿ ਕਿਸਾਨ ਆਗੂਆਂ ਦੇ ਖਿਲਾਫ ਕਿਉਂ ਦੀਪ ਸਿੱਧੂ ਚੱਲਦੇ ਆ? ਨਹੀਂ, ਹੁਣ ਤਾਂ ਉਲਟਾ ਹੋ ਗਿਆ। ਜਿਹੜੇ ਕਿਸਾਨ ਆਗੂ ਸੀਗੇ ਜਿਹੜੇ ਖਿਲਾਫ ਮੋਦੀ ਦੇ ਹੋਣੇ ਚਾਹੀਦੇ ਸੀਗੇ, ਔਰ ਅੱਜ ਕਿਹਦੇ ਖਿਲਾਫ ਹੈ? ਮੋਦੀ ਦੇ ਖਿਲਾਫ ਤਾਂ ਇੱਕ ਲਫ਼ਜ਼ ਸੁਣੀਦਾ, ਦੀਪ ਸਿੱਧੂ ਦੇ ਖਿਲਾਫ 100 ਸੁਣੀਦੇ। ਸਾਰਾ ਮੋਰਚਾ ਹੀ ਇੱਧਰ ਨੂੰ ਕਰਤਾ। ਮੋਰਚੇ ਦੇ ਗੁਨਾਹਗਾਰ ਭਾਈ ਜੀ ਆਏ ਆ। ਗੱਲ ਇਹ ਆ, ਇਹ ਜਿਹੜੀ 150 ਸਾਲ ਦੀ ਗੁਲਾਮ ਮਾਨਸਿਕਤਾ, ਜਿਹੜੇ ਉੱਥੇ ਫਿਰਦੇ ਆ ਹਜੇ, ਉਹ ਇਹ ਗੱਲ ਸਮਝਦੇ ਆ ਵੀ ਮੋਰਚੇ ਦੇ ਗੁਨਾਹਗਾਰ ਆ ਸੀ। ਜੇ ਤੁਸੀਂ ਅੱਜ ਉਹ ਗੁਲਾਮੀ ਆਪਦੇ ਗਲੋਂ, ਅਸੀਂ 15 ਅਗਸਤ ਨੂੰ ਆਜ਼ਾਦੀ ਆਪਦੀ ਮਨਾ ਰਹੇ ਹਾਂ, ਅਸਲ ਆਜ਼ਾਦੀ ਆ ਇਹ, ਜਿੱਥੇ ਤੁਹਾਡੇ ਕੋਲੇ ਤੁਹਾਡੀ ਕਿਸਮਤ ਘੜਨ ਦੇ ਅਧਿਕਾਰ ਹੀ ਨਹੀਂ ਆ। ਤੁਸੀਂ ਸੈਂਟਰ ਤੁਹਾਨੂੰ ਚਲਾਉਂਦਾ, ਕੋਈ ਪਾਲਿਸੀ ਉਹਨਾਂ ਨੇ ਇੰਟਰੋਡਿਊਸ ਕਰਨੀ ਆ ਸੈਂਟਰ ਨੇ ਬੈਠ ਕੇ, ਤੇ ਸਾਨੂੰ ਇੱਥੇ ਬੈਠ ਕੇ ਮੰਨਣੀ ਪੈਂਦੀ ਆ। ਉਹਦੇ ਖਿਲਾਫ ਅਸੀਂ ਡੈਮੋਕ੍ਰੇਸੀ 'ਚ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ। ਮੁਲਕ ਦੀਆਂ ਸਟੇਟਸ ਤੇ ਹੀ ਲਾਗੂ ਹੁੰਦਾ, ਇਕੱਲੇ ਪੰਜਾਬ ਦੇ ਜਾਂ ਮੈਂ ਤਾਂ ਕਹਿ ਰਿਹਾ, ਮੈਂ ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਤੁਸੀਂ ਕਨਸਟੀਟਿਊਸ਼ਨ ਸਾਡੀ ਕਹਿੰਦੀ ਹੈ ਨਾ। ਕਿਸੇ ਨੂੰ ਮਹਿਸੂਸ ਕਿਉਂ ਨਹੀਂ ਹੋਇਆ? ਕਿਸਾਨ ਆਗੂਆਂ ਨੂੰ ਮੈਂ ਤਾਂ ਦਿੱਲੀ ਲਾਲ ਕਿਲੇ 'ਚ 26 ਤਰੀਕ ਨੂੰ ਟਰੈਕਟਰ ਤੇ ਮੇਰੇ ਫੇਸਬੁੱਕ ਤੇ ਪਈ ਆ, ਜਾ ਕੇ ਸੁਣ ਲਓ। ਮੈਂ ਉੱਥੇ ਵੀ ਕਿਹਾ ਸੀ ਕਿਸਾਨ ਆਗੂਆਂ ਦੀ ਅਗਵਾਈ 'ਚ, ਸਾਡੇ ਬਜ਼ੁਰਗ ਸਾਡੇ ਲੀਡਰ ਆ, ਉਹ ਸਾਨੂੰ ਅਗਲਾ ਪ੍ਰੋਗਰਾਮ ਦੇਣ। ਅਗਲਾ ਪ੍ਰੋਗਰਾਮ ਤਾਂ ਕੀ ਦੇਣਾ ਸੀ? ਉਹ ਤਾਂ ਉਲਟਾ ਲੱਗ ਪਿਆ। ਮੈਂ ਉਦੋਂ ਦਾ ਇੱਕ ਗੱਲ ਕਹੀ ਜਾਣਾ, ਲਓ ਅੱਜ ਇਸ ਚੈਨਲ ਦੇ ਥਰੂ ਜਾਂ ਤੁਸੀਂ ਇੰਟਰਵਿਊ ਕਰ ਰਹੇ ਹੋ ਨਾ, ਆਪਾਂ ਇੱਕ ਗੱਲ ਜਨਤਕ ਕਰਦੇ ਆ। ਚਾਹੇ ਕਿਸਾਨ ਆਗੂ ਹੋਣ, ਚਾਹੇ ਲੱਖਾ ਹੋਵੇ, ਚਾਹੇ ਹੋਰ ਕੋਈ ਸਾਡੇ ਜਿਹੜੇ ਬਾਪੂ ਡਿਬਡਿਬਾ ਜੀ ਹੋਣ, ਜਿਹੜਾ ਮਰਜ਼ੀ ਹੋਵੇ, ਮੈਂ ਅੱਜ ਵੀ ਕਹਿੰਦਾ ਏਕੇ 'ਚ ਚੱਲੋ। ਅੱਜ ਲਓ ਅਸੀਂ ਏਕੇ ਦਾ ਹੋਕਾ ਦਿੰਨੇ ਆ। ਏਕੇ 'ਚ ਚੱਲੋ ਜਦੋਂ ਤੱਕ ਅਸੀਂ ਇੱਕ ਨਹੀਂ ਆ। ਜਿਹੜਾ ਮਰਜ਼ੀ ਉੱਥੇ ਜਾ ਕੇ ਬੈਠਾ ਰਹੇ, ਜਿੰਨੀਆਂ ਮਰਜ਼ੀ ਸੰਸਦਾਂ ਲਾ ਲਓ, ਜੋ ਮਰਜ਼ੀ ਕਰ ਲਓ, ਉਹਨਾਂ ਤੋਂ ਪਰਮਿਸ਼ਨਾਂ ਲੈ ਸਾਡਾ ਕੁਝ ਨਹੀਂ ਵੱਟਿਆ ਜਾਣਾ। ਕਿਸੇ ਦਾ ਬੇਰਾਂ ਵੱਟੇ ਨਹੀਂ ਪੁੱਛਣਾ ਸਾਨੂੰ ਕਿਸੇ ਨੇ। ਆਪਾਂ ਇਹਨਾਂ ਨੂੰ ਇਹ ਪੁੱਛਣਾ, ਤੁਹਾਨੂੰ ਕੀ ਮਿਲ ਰਿਹਾ? ਤੁਹਾਨੂੰ ਕੀ ਇਹ 'ਚੋਂ ਖੱਟਿਆ ਕੀ? ਨਹੀਂ, ਮੈਨੂੰ ਪੰਜਾਬ ਨਾਲ ਪਿਆਰ ਹੈ। ਮੈਨੂੰ ਹਰ ਉਸ ਬੰਦੇ ਨਾਲ ਪਿਆਰ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ। ਔਰ ਭਾਈ ਜੀ ਦੀ ਗੱਲਾਂ ਜਿਹੜੀਆਂ ਉਹ ਪੰਜਾਬੀ ਨੂੰ ਵੀ ਬਹੁਤ ਪਿਆਰ ਹੈ ਪੰਜਾਬ ਨਾਲ। ਉਹ ਦਿਖਾਵੇ ਵਾਲਾ, ਉਹ ਦਿਖਾਵੇ ਵਾਲਾ ਸਾਫ਼ ਦਿਖਦਾ ਕਿ ਦਿਖਾਵੇ ਵਾਲਾ ਪੰਜਾਬ ਹੈ, ਪਿਆਰ ਹੈ ਉਹ ਵਾਲਾ। ਨਹੀਂ, ਬਾਈ ਨੇ ਤਾਂ ਪਹਿਲਾਂ ਵੀ ਸ਼ੁਰੂ ਤੋਂ ਵੀ ਬੋਲਿਆ ਕਿ ਮੈਂ ਨਹੀਂ ਖੇਡਣਾ, ਔਰ ਮੈਂ ਤਾਂ ਇੱਕ ਜਗ੍ਹਾ ਤੇ ਬੋਲਿਆ ਸੀਗਾ ਕਿ ਮੈਂ ਆਪਣੀ ਗਰਦਨ ਕਟਾ ਦੂੰਗਾ ਜੇ ਭਾਜੀ ਕਦੇ ਇਲੈਕਸ਼ਨ ਲੜੇ ਤੇ। ਮੈਨੂੰ ਲੱਗਦਾ ਕਟਾਉਣੀ ਪੈਣੀ ਆ ਤੁਹਾਨੂੰ। ਨਹੀਂ, ਭਾਈ ਨੇ ਨਹੀਂ ਲੜਨਾ। ਸਿੱਧੂ ਸਾਹਿਬ ਵੀ ਕਹਿ ਦੇਣ ਕਿ ਵੀ ਮੈਂ ਨਹੀਂ ਲੜਦਾ ਇਲੈਕਸ਼ਨ, ਮੈਂ ਪੰਜਾਬ ਦੇ ਲਈ ਖੜਦਾ। ਕਹਿ ਦੇਣ ਇੱਕ ਤਾਂ ਸਿਆਸੀ ਬੰਦਾ ਜਿਹਦਾ ਕਰੀਅਰ ਹੀ ਸਿਆਸੀ ਹੈ, ਉਹ ਕਿਉਂ ਕਹੂਗਾ ਮੈਂ ਤੁਸੀਂ ਫਿਲਮਾਂ ਬਣਾਉਣੀਆਂ ਛੱਡ ਸਕਦੇ? ਆਹੀ ਫਰਕ ਹੈ, ਆਹੀ ਫਰਕ ਹੈ। ਜੇ ਬਾਈ ਗੱਲ ਪੰਜਾਬ ਤੇ ਆਈ ਛੱਡ ਦਾਂਗੇ। ਲਓ ਦੱਸੋ, ਪੰਜਾਬ ਤੇ ਗੱਲ ਆ ਜੇ ਛੱਡ ਦਿੰਨੇ। ਬੜਾ ਕੁਝ ਛੱਡਣਾ ਪੈਂਦਾ ਹੁੰਦਾ। ਆਪਦੇ ਯਾਰ ਬੇਲੀ ਛੱਡਤੇ, ਸਾਰਾ ਸਰਕਲ ਛੱਡਤਾ। ਤੁਸੀਂ ਦੱਸੋ ਛੱਡਣਾ ਕੀ ਹੈ ਯਾਰ? ਤੁਸੀਂ ਕਲੈਰਿਟੀ ਨਹੀਂ ਦੇ ਰਹੇ। ਤੁਸੀਂ ਕਹਿੰਦੇ ਹੋ ਕਿ ਪੋਲੀਟੀਕਲ ਸਿਸਟਮ 'ਚੋਂ ਹੋ ਕੇ ਇਹਦਾ ਰਾਹ ਮਿਲਣਾ ਹੈ। ਤੁਸੀਂ ਇਹ ਵੀ ਕਹਿੰਦੇ ਹੋ ਮੈਂ ਚੋਣ ਨਹੀਂ ਲੜਨੀ। ਕਲਸੀ ਭਾਜੀ ਕਹਿ ਰਿਹਾ ਕਿ ਮੈਂ ਆਪਦਾ ਗਲ ਕਟਾ ਦੂੰਗਾ ਜੇ ਦੀਪ ਸਿੱਧੂ ਚੋਣ ਲੜਦਾ। ਫਿਰ ਤੁਸੀਂ ਚਾਹੁੰਦੇ ਕਿਉਂ ਪੰਜਾਬ? ਮੈਂ ਤਾਂ ਅੱਜ ਵੀ ਕਹਿਣਾ, ਮੈਂ ਉਹਨਾਂ ਦਾ, ਸਾਡੇ ਜਿਹੜੇ ਕਿਸਾਨੀ ਸੰਘਰਸ਼ ਦੇ ਸਾਡੇ ਲੀਡਰ ਆ, ਸਾਡੀ ਲੀਡਰਸ਼ਿਪ ਆ, ਮੈਂ ਉਹਨਾਂ ਦਾ ਸੋਲਜਰ ਆ। ਉਹ ਕਹਿਣ ਤਾਂ ਸਹੀ ਕੀ ਕਰਨਾ, ਪਰ ਉਹ ਤਾਂ ਗਦਾਰੀਆਂ ਦੇ ਸਰਟੀਫਿਕੇਟ ਵੰਡ ਦਿੰਦੇ ਆ। ਫਿਰ ਉੱਥੇ ਜਾ ਕੇ ਬੈਠੀਏ, ਫਿਰ 2 ਗਰੁੱਪਾਂ 'ਚ ਲੜਾਈ ਹੋ ਜੇ, ਸਾਰਾ ਬਲੇਮ ਕਿਹਦੇ ਤੇ ਆਉਣਾ? ਦੀਪ ਸਿੱਧੂ ਨੇ ਕਰਾਤਾ। ਕੌਮਾਂ ਆਪਦੇ ਹੋਂਦ ਨੂੰ ਬਚਾਉਣ ਵਾਸਤੇ ਲੜਦੀਆਂ ਹੁੰਦੀਆਂ। ਅਸੀਂ ਇਹ ਕਹਿ ਦਈਏ ਵੀ ਪੰਜਾਬੀ ਭੁੱਲ ਜਾਾਂਗੇ ਬੋਲਣੀ, ਅਸੀਂ ਇਹ ਕਹਿ ਦਈਏ ਵੀ ਸਾਡੇ ਪਿੰਡਾਂ 'ਚੋਂ ਸਾਡੇ ਪਿੰਡ ਖੁਰ ਜਾਣ, ਉਹ ਸਾਰਾ ਪ੍ਰਵਾਸ ਹੀ ਹੋ ਜੇ ਇੱਥੋਂ, ਕਿ ਅਸੀਂ ਨਸ਼ਿਆਂ ਤੇ ਲੱਗ ਜਾਈਏ। ਕਿ ਪਹਿਲਾਂ ਕੁਲਦੀਪ ਆਪਣਾ ਕੁਲਬੀਰ ਬਾਈ ਨਰੂਆਣੇ ਵਾਲਾ ਮਾਰਤਾ, ਹੁਣ ਵਿੱਕੀ ਮੇਡੂ ਖੇੜਾ ਮਾਰਤਾ, ਇਹ ਰਹਿ ਗਿਆ ਸਾਡੇ ਪੱਲੇ। ਕਿਸਾਨੀ ਸੰਕਟ, ਕਿਸਾਨ ਅੰਦੋਲਨ, ਪੰਜਾਬ ਦੀਆਂ ਸਮੱਸਿਆਵਾਂ ਤੇ ਪੋਲੀਟੀਕਲ ਐਸਪੀਰੇਸ਼ਨਸ,
ਇਹਨਾਂ ਤੇ ਅੱਜ ਪੰਜਾਬ ਦਾ ਹਰ ਵਿਅਕਤੀ ਹਰ ਰੋਜ਼ ਵਿਚਾਰਦਾ ਤੇ ਸੋਚਦਾ ਹੋਣਾ ਹੈ। ਪਰ ਵੱਡਾ ਸਵਾਲ ਹੈ ਕਿ ਕੀ ਪੰਜਾਬ ਦੀ 2022 ਦੀ ਮੁੱਖ ਮੰਤਰੀ ਦੀ ਕੁਰਸੀ ਦਾ ਰਾਹ ਤੇ ਭਾਵੇਂ ਕਿਹੜੀ ਪਾਰਟੀ ਸੱਤਾ 'ਚ ਆਉਂਦੀ ਹੈ ਉਹਦੇ ਕੋਲੇ ਹੱਲ ਹੈਗੇ ਕਿ ਨਹੀਂ ਹੈਗੇ? ਕੀ ਉਹ ਅੰਦੋਲਨ ਦੇ ਵਿੱਚੋਂ ਹੋ ਕੇ ਨਿਕਲਦਾ ਹੈ ਜਾਂ ਫਿਰ ਆਮ ਹਾਲਾਤਾਂ 'ਚ ਜਿਸ ਤਰ੍ਹਾਂ ਅਸੀਂ ਪੋਲੀਟੀਕਲ ਸਿਨੈਰੀਓਜ਼ ਦੇਖਦੇ ਆਏ ਹਾਂ ਉਹੀ ਰਹਿਣਗੇ? ਗੱਲ ਕਰਦੇ ਹਾਂ ਅੱਜ ਡਬਲ ਡੀ ਸਾਡੇ ਨਾਲ ਨੇ, ਦੀਪ ਸਿੱਧੂ, ਦਲਜੀਤ ਕਲਸੀ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਅਕਸਰ ਇੱਕ ਦੂਜੇ ਦੇ ਹਮੈਤੀ ਰਹੇ ਹੋ, ਖਾਸ ਤੌਰ ਤੇ ਦਲਜੀਤ ਕਲਸੀ ਤੁਹਾਡੇ ਰਹੇ ਆ ਜ਼ਿਆਦਾਤਰ ਹਮੈਤੀ ਅੰਦੋਲਨ ਦੇ ਦੌਰਾਨ, ਬਾਅਦ ਮੁਹਾਫਿਜ਼ ਕਹਿ ਲਓ, ਮੁਹਾਫਿਜ਼ ਰਹੇ ਹੋ, ਅੱਜ ਇਕੱਠੇ ਹੋ। ਪਹਿਲਾਂ ਸ਼ੁਰੂਆਤ ਦੀਪ ਸਿੱਧੂ ਤੁਹਾਡੇ ਤੋਂ ਕਰਦਾ, ਕੀ ਇਹ ਰਾਹ ਜਿਹੜਾ ਹੈ, ਜਿਵੇਂ ਮੈਂ ਕਿਹਾ ਕਿ ਸਿਆਸੀ ਕੁਰਸੀ ਦਾ ਜਿਹੜਾ ਰਾਹ ਅੰਦੋਲਨ ਥਾਣੀ ਨਿਕਲਦਾ, ਨਿਕਲਣਾ ਚਾਹੀਦਾ, ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਗੱਲ ਐ ਆ ਵੀ ਜੇ ਅਸੀਂ ਕਹੀਏ ਵੀ ਪੰਜਾਬ ਦਾ ਹੱਲ ਇਸ ਸਿਆਸੀ ਕੁਰਸੀ ਚੋਂ ਨਿਕਲ ਜੂਗਾ, ਦੇਖੋ ਇੱਕ ਇੰਡੀਅਨ ਸਟੇਟ ਦਾ ਸਟਰਕਚਰ ਆ, ਇੱਕ ਇਸ ਡੈਮੋਕ੍ਰੇਸੀ ਦਾ ਸਟਰਕਚਰ ਆ ਜਿਹੜਾ ਪੈਦਾ ਕੀਤਾ ਹੋਇਆ। ਪਿਛਲੇ 17 ਸਾਲਾਂ ਤੋਂ ਬੜੇ ਮੁੱਖ ਮੰਤਰੀ ਆਏ, ਬੜੇ ਮੁੱਖ ਮੰਤਰੀ ਗਏ, ਹਨਾ, ਪੋਲੀਟੀਕਲ ਪਾਰਟੀਆਂ ਵੀ ਇੱਥੇ ਸ਼ਫਲ ਹੁੰਦੀਆਂ ਰਹਿੰਦੀਆਂ, ਪਰ ਪੰਜਾਬ ਦੇ ਹੱਲ ਅੱਜ ਤੱਕ ਸਾਨੂੰ ਮਿਲੇ ਆ? ਨਹੀਂ ਮਿਲੇ। ਸੋ ਕੱਲੀ ਸਿਆਸੀ ਕੁਰਸੀ ਚੋਂ ਜੇ ਪੰਜਾਬ ਦੇ ਅਸੀਂ ਹੱਲ ਲੱਭਦੇ ਹਾਂ ਵੀ ਸਾਨੂੰ ਮਿਲ ਜਾਣਗੇ ਜਾਂ 2022 ਦੀਆਂ ਚੋਣਾਂ ਚੋਂ ਮਿਲ ਜਾਣਗੇ ਤਾਂ ਉਹ ਨਹੀਂ ਮਿਲਣੇ। ਪਰ ਇਹ ਜ਼ਰੂਰ ਆ, ਅਸੀਂ ਅੱਜ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਕਿਸਾਨ ਅੰਦੋਲਨ ਸਾਡਾ ਕਿਸ ਗੱਲ ਤੇ ਸ਼ੁਰੂ ਹੋਇਆ? ਇਹੀ ਪ੍ਰੋਬਲਮ ਤਾਂ ਸ਼ੰਭੂ ਮੋਰਚੇ 'ਚੋਂ ਬੈਠ ਕੇ ਵੀ ਤਾਂ ਐਡਰੈਸ ਕਰਦੇ ਰਹੇ। ਕਿਸਾਨ ਅੰਦੋਲਨ ਸਾਡਾ 3 ਬਿੱਲਾਂ ਨੂੰ ਸਿਰਫ ਕੈਂਸਲ ਕਰਾਉਣ ਤੱਕ ਸੀਮਤ ਨਹੀਂ ਆ, ਲੜਾਈ ਉਦੋਂ ਵੱਡੀ ਆ ਸਾਡੀ। ਤੁਸੀਂ ਕਹਿੰਦੇ ਹੋ ਨਾ, ਹਾਂਜੀ, ਕਿਸਾਨ ਆਗੂ ਕਦੇ ਨਹੀਂ ਕਹਿੰਦੇ, ਉਹ ਕਹਿੰਦੇ ਅਸੀਂ ਤਾਂ ਬਿੱਲ ਰੱਦ ਕਰਾਉਣ ਗਏ, ਇਦੋਂ ਬਾਅਦ ਦੀਆਂ ਗੱਲਾਂ ਦੀਪ ਸਿੱਧੂ ਕਰਦਾ ਹੋ ਸਕਦਾ, ਅਸੀਂ ਨਹੀਂ ਕਰਦੇ। ਨਹੀਂ, ਦੇਖੋ, ਉਹ ਕਹਿੰਦੇ ਅਸੀਂ ਸਿਰਫ ਬਿੱਲ ਰੱਦ ਕਰਾਉਣੇ। ਨਹੀਂ, ਪਰ ਇਹੀ ਗੱਲ ਚੜੂਨੀ ਸਾਹਿਬ ਨੇ ਵੀ ਕੀਤੀ, ਹਨਾ। ਹੁਣ ਹੋਰ ਵੀ ਕਿਸਾਨ ਆਗੂ ਇਸੇ ਗੱਲ ਤੇ ਆ ਰਹੇ ਆ ਵੀ ਅਸੀਂ ਬਿੱਲ ਜਾਂ ਕਾਨੂੰਨ ਰੱਦ ਕਰਾ ਕੇ ਵੀ ਉੱਥੇ ਹੀ ਖੜੇ ਆ, ਉਸੇ ਖੁਦਕੁਸ਼ੀਆਂ ਤੇ ਕਰਜ਼ਿਆਂ ਨੂੰ ਅਸੀਂ ਆਪਦੇ ਗਲਾਂ 'ਚ ਪਾਈ ਫਿਰਦੇ ਆ। ਸੋ ਜਦੋਂ ਤੱਕ ਤੁਸੀਂ ਇਹ ਗੱਲ ਨਹੀਂ ਸਮਝੋਗੇ ਵੀ ਇਹ ਗੱਲ ਕਿੱਥੋਂ ਨਜਿੱਠੀ ਜਾਣੀ ਆ, ਇਹ ਗੱਲ ਨਜਿੱਠਣ ਵਾਸਤੇ ਸਾਨੂੰ ਸਿਆਸੀ ਜਿਹੜਾ ਆਪਾਂ ਕਹਿੰਦੇ ਆ ਸਾਰਾ ਤਾਣਾ ਬਾਣਾ ਜਾਂ ਪੰਜਾਬ ਦੀ ਸਿਆਸਤ ਨੂੰ ਵੀ ਸਿਰਜਣਾ ਪਊ, ਜਿੱਥੇ ਅਸੀਂ ਇਹ ਗੱਲ ਕਰਾਂਗੇ ਵੀ ਜਦੋਂ ਤੱਕ ਸਾਡੇ ਕੋਲੇ ਸਾਡੇ ਅਧਿਕਾਰ ਨਹੀਂ ਆ। ਅੱਜ ਪੰਜਾਬ ਗਵਰਨਮੈਂਟ ਜਾਂ ਸਾਡੀ ਪੋਲੀਟੀਕਲ ਕਲਾਸ ਆ ਜਿਹੜੀ, ਉਹ ਸੈਂਟਰ ਨੇ ਕੋਈ ਲਾਅ ਬਣਾਤਾ, ਉਹਨੂੰ ਨੇਗੇਟ ਕਰ ਸਕਦੀ ਆ? ਇਹਦਾ ਜਵਾਬ ਦੇਊਗਾ ਕੋਈ ਸਿਆਸੀ ਲੀਡਰ? ਨਹੀਂ ਕਰ ਸਕਦੀ। ਇਹਨਾਂ ਨੇ 117 MLAs ਨੇ ਮਤਾ ਪਾਇਆ, ਉਹ ਮਤਾ ਖੜਾ ਕਿੱਥੇ ਆ? ਕਿਤੇ ਵੀ ਨਹੀਂ ਖੜਾ। ਉਹ ਇੱਕ ਕਾਗਜ਼ ਦਾ ਟੁਕੜਾ। ਸ਼ੰਭੂ ਮੋਰਚੇ 'ਚ ਅੱਜ ਤੋਂ 4 5 6 ਮਹੀਨੇ ਪਹਿਲਾਂ ਇਹੀ ਗੱਲ ਮੈਂ ਕਹੀ ਸੀ ਵੀ ਇਹ ਕਾਗਜ਼ ਦਾ ਟੁਕੜਾ, ਇਹ ਤਾਂ ਸਾਨੂੰ ਸਿਰਫ ਇੱਕ ਗੱਲ ਦਰਸਾਉਣ ਲਈ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਪਰ ਜਿਹੜੀ ਗੱਲ ਤੇ ਸੰਘਰਸ਼ ਕਰਨਾ ਬਣਦਾ, ਜਿਹੜੀ ਗੱਲ ਤੇ ਪੋਲੀਟੀਕਲ ਕਲਾਸ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਸਾਡੇ ਕੋਲੇ ਤਾਂ ਕੋਈ ਪਾਵਰ ਹੀ ਨਹੀਂ ਆ। ਤੇ ਜੇ ਤੁਸੀਂ ਉਹ ਸਪੇਸ 'ਚ ਆ ਕੇ ਉਹਨੂੰ ਮੱਲੋਗੇ ਨਹੀਂ ਤੇ ਉੱਥੇ ਜਾ ਕੇ ਉਸ ਤੁਸੀਂ ਇਹ ਨਹੀਂ ਹੋ ਰਿਹਾ ਕਿ ਤੁਸੀਂ ਧੱਕੇ ਨਾਲ ਇਹਨੂੰ ਵੱਧ ਅਧਿਕਾਰਾਂ ਦੀ ਲੜਾਈ ਤੱਕ ਲਿਜਾ ਰਹੇ ਹੋ, ਧੱਕੇ ਨਾਲ ਕਹਿ ਰਹੇ ਹੋ ਕਿ ਸਮੁੱਚਤਾ 'ਚ ਵੱਡੇ ਇਸ਼ੂਜ਼ ਨੂੰ ਦੇਖੋ, ਇਹ ਉਹ ਲੜਾਈ ਹੈ, ਜਦ ਕਿ ਉਹ ਕਹਿ ਰਹੇ ਆ ਕਿ ਅਸੀਂ ਸਿਰਫ ਬਿੱਲ ਰੱਦ ਕਰਾਉਣੇ ਆ। ਇਹ ਵਾਰ-ਵਾਰ ਇਹ ਚਰਚਾ ਹੋ ਰਹੀ ਹੈ। ਨਹੀਂ, ਮੇਰੀ ਇੱਕ ਗੱਲ ਸੁਣੋ, ਜਦੋਂ ਸਾਡੇ ਕਿਸਾਨ ਆਗੂ ਬੰਗਾਲ ਗਏ ਆ, ਅਸੀਂ ਮੋਦੀ ਨੂੰ ਹਰਾਉਣਾ, ਉਹ ਕੀ ਸੀ? ਉਹ ਕਿਸ ਗੱਲ ਦੀ ਲੜਾਈ ਸੀ? ਉਹ ਤਾਂ ਅੰਦੋਲਨ ਦਾ ਹਿੱਸਾ ਸੀਗਾ। ਨਹੀਂ, ਜਿਹੜੀ ਸਰਕਾਰ ਗੱਲ ਨਹੀਂ ਸੁਣ ਰਹੀ, ਉਹ ਸਰਕਾਰ ਤੋਂ ਗੱਲ ਸੁਣਾਉਣੀ। ਐਬਸੋਲੂਟਲੀ ਗੱਲ ਪੋਲੀਟੀਕਲ ਹੋ ਰਹੀ ਹੈ ਨਾ। ਇਹਦਾ ਮਤਲਬ ਪੋਲੀਟੀਕਲ ਹੋਏ ਬਿਨਾ ਇਹਦਾ ਮਸਲੇ ਦਾ ਹੱਲ ਹੀ ਨਹੀਂ ਆ। ਜੇ ਕਹਿ ਰਹੇ ਆ ਅਸੀਂ ਅੱਜ, ਜੇ ਇਹ ਗੱਲ ਕੀਤੀ ਜਾ ਰਹੀ ਆ ਵੀ ਕੱਲ ਨੂੰ ਯੂਪੀ ਦੀਆਂ ਚੋਣਾਂ 'ਚ ਟਕੈਤ ਸਾਹਿਬ ਆਪ ਗੱਲ ਕਰ ਰਹੇ ਆ ਵੀ ਅਸੀਂ BJP ਨੂੰ ਉਹਨਾਂ ਨੂੰ ਘਾਤ ਲਾਵਾਂਗੇ, ਇਹ ਗੱਲ ਕਹਿ ਰਹੇ ਆ ਨਾ। ਕਿਸਾਨ ਆਗੂ ਕੀ ਕਹਿ ਰਹੇ ਆ? BJP ਨੂੰ ਉੱਤੇ ਨਹੀਂ ਆਉਣ ਦੇਣਾ ਸੀ। ਗੱਲ ਸਹੀ ਆ ਨਾ। ਪਰ ਇਹ ਵੀ ਤਾਂ ਨਹੀਂ ਕਹਿ ਰਹੇ ਕਿ ਫਲਾਨੀ ਪਾਰਟੀ ਦਾ ਸਾਥ ਦੇ ਦਿਓ। ਨਹੀਂ, ਇੱਕ ਪਾਰਟੀ ਦਾ ਸਾਥ ਨਹੀਂ ਬਾਈ ਜੀ। ਜੇ ਅੱਜ ਸਰਕਾਰ ਨਹੀਂ ਮੰਨ ਰਹੀ ਕੋਈ ਗੱਲ, ਇਹ ਗੱਲ ਐਡਰੈਸ ਹੋਣੀ ਚਾਹੀਦੀ ਹੈ। ਜੇ BJP ਸਰਕਾਰ ਨਹੀਂ ਮੰਨ ਰਹੀ, ਕਿਉਂ ਨਹੀਂ ਮੰਨ ਰਹੀ? ਕਿਉਂਕਿ ਪੋਲੀਟੀਕਲ ਪਾਵਰ ਹੀ ਸਾਰੀ ਲਈ ਬੈਠੇ ਆ। ਕੱਲ ਨੂੰ ਕਾਂਗਰਸ ਜੇ ਆ ਜੂਗੀ, ਉਹ ਵੀ ਸਾਰੀ ਪੋਲੀਟੀਕਲ ਪਾਵਰ ਆਪਦੇ ਕੋਲੇ ਸੈਂਟਰਲਾਈਜ਼ ਕਰਕੇ ਬਹਿ ਜੂ। ਜਦੋਂ ਤੱਕ ਅਸੀਂ ਉਸ ਸਿਸਟਮ ਨੂੰ ਨਹੀਂ ਹਿਲਾਵਾਂਗੇ, ਜਦੋਂ ਤੱਕ ਅਸੀਂ ਉਸ ਥਾਂ ਤੇ ਜਾ ਕੇ ਕਿਸੇ ਤਰ੍ਹਾਂ ਦਾ ਸੁਧਾਰ ਨਹੀਂ ਲੈ ਕੇ ਆਵਾਂਗੇ ਤੇ ਅਸੀਂ ਕਹਾਂਗੇ ਵੀ ਆਹ ਕਾਨੂੰਨ ਨਵੇਂ ਆਉਣੇ ਬੰਦ ਹੋ ਜਾਣਗੇ, ਇਹ ਤਾਂ ਨਹੀਂ ਆਉਣੇ ਬੰਦ ਹੋਣੇ। ਸੋ ਸਾਡੀ ਲੜਾਈ ਕੀ ਆ? ਮਕਸਦ ਕੀ ਆ? ਮਕਸਦ 3 ਕਾਨੂੰਨ ਰੱਦ ਕਰਾਉਣ ਦਾ। ਜੇ 3 ਕਾਨੂੰਨ ਰੱਦ ਹੋ ਜਾਂਦੇ ਆ, ਉਦੋਂ ਬਾਅਦ ਅਸੀਂ ਕਿੱਥੇ ਖੜੇ ਆ? ਚਲੋ ਮੈਂ ਕਹਿੰਦਾ ਕੁਛ ਨਾ ਕਰੋ। ਅੱਜ ਕਿਸਾਨ ਆਗੂ ਸਾਡੇ ਗਰੰਟੀ ਦੇ ਦੇਣ ਵੀ 3 ਕਾਨੂੰਨ ਜੇ ਵਾਪਸ ਹੋ ਗਏ, ਇਸ ਤੋਂ ਬਾਅਦ ਨਵੇਂ ਕਾਨੂੰਨ ਕਿਸਾਨ ਵਿਰੋਧੀ ਜਾਂ ਸਾਡੇ ਲੋਕ ਵਿਰੋਧੀ ਨਹੀਂ ਆਉਣੇ ਜਾਂ ਪੰਜਾਬ ਵਿਰੋਧੀ ਨਹੀਂ ਆਉਣੇ। ਤੁਸੀਂ ਪੰਜਾਬ ਨੂੰ ਇਹ ਟਰੀਟ ਕਿਵੇਂ ਕਰ ਰਹੇ ਆ? ਇਹ ਪੋਲੀਟੀਕਲ ਸਿਸਟਮ ਪੰਜਾਬ ਨੂੰ ਟਰੀਟ ਕਿਵੇਂ ਕਰ ਰਿਹਾ? ਇਹ ਗੱਲ ਤਾਂ ਅਸੀਂ ਸਮਝੀਏ ਨਾ।
ਅਸੀਂ 15 ਅਗਸਤ ਨੂੰ ਹਾਂਜੀ ਕਲਸੀ ਸਾਹਿਬ ਤੁਸੀਂ ਨਾਲ ਰਹਿੰਦੇ ਹੋ, ਤੁਸੀਂ ਮੁਹਾਫਿਜ਼ ਹੋ। ਦੀਪ ਸਿੱਧੂ ਦੇ ਸਵਾਲ ਹੁੰਦਾ ਕਿ ਕਿਸਾਨ ਆਗੂਆਂ ਦੇ ਖਿਲਾਫ ਕਿਉਂ ਦੀਪ ਸਿੱਧੂ ਚੱਲਦੇ ਆ? ਨਹੀਂ, ਹੁਣ ਤਾਂ ਉਲਟਾ ਹੋ ਗਿਆ। ਜਿਹੜੇ ਕਿਸਾਨ ਆਗੂ ਸੀਗੇ ਜਿਹੜੇ ਖਿਲਾਫ ਮੋਦੀ ਦੇ ਹੋਣੇ ਚਾਹੀਦੇ ਸੀਗੇ, ਔਰ ਅੱਜ ਕਿਹਦੇ ਖਿਲਾਫ ਹੈ? ਮੋਦੀ ਦੇ ਖਿਲਾਫ ਤਾਂ ਇੱਕ ਲਫ਼ਜ਼ ਸੁਣੀਦਾ, ਦੀਪ ਸਿੱਧੂ ਦੇ ਖਿਲਾਫ 100 ਸੁਣੀਦੇ। ਸਾਰਾ ਮੋਰਚਾ ਹੀ ਇੱਧਰ ਨੂੰ ਕਰਤਾ। 26 ਤੋਂ ਬਾਅਦ ਤਾਂ, ਉਸ ਤੋਂ ਪਹਿਲਾਂ ਵੀ ਸੀਗਾ, 26 ਤੋਂ ਬਾਅਦ ਇੱਧਰ ਨੂੰ ਹੀ ਕਰਤਾ। ਹੁਣ ਤਾਂ ਸਵਾਲ ਹੀ ਉਲਟਾ ਹੋ ਗਿਆ। ਮੋਰਚੇ ਦੇ ਗੁਨਾਹਗਾਰ ਵੀ ਕਿਹਾ ਜਾਂਦਾ ਤੁਹਾਨੂੰ? ਮੋਰਚੇ ਦੇ ਗੁਨਾਹਗਾਰ ਤੇ ਆਪਾਂ ਬਣਾ ਹੀ ਦਿੱਤੇ ਸੀਗੇ 26 ਨੂੰ ਹੀ। ਜਿਹੜਾ ਜੋ 26 ਨੂੰ ਜੋ ਵੀ ਹੋਇਆ ਉਸ ਦੇ ਕਰਕੇ ਤਾਂ ਗੱਦਾਰ ਦੇਸ਼ ਧਰੋਹੀ। ਦੀਪ ਸਿੱਧੂ ਤੋਂ ਲੈਣਾ, ਮੋਰਚੇ ਦੇ ਗੁਨਾਹਗਾਰ ਹੋ ਤੁਸੀਂ ਬਾਈ ਜੀ। ਆਏ ਆ, ਗੱਲ ਇਹ ਆ, ਇਹ ਜਿਹੜੀ 150 ਸਾਲ ਦੀ ਗੁਲਾਮ ਮਾਨਸਿਕਤਾ ਨਾ, ਜਿਹੜੇ ਉੱਥੇ ਫਿਰਦੇ ਆ ਹਜੇ, ਉਹ ਇਹ ਗੱਲ ਸਮਝਦੇ ਆ ਵੀ ਮੋਰਚੇ ਦੇ ਗੁਨਾਹਗਾਰ ਆ ਅਸੀਂ। ਜਿਹੜਿਆਂ ਦੀਆਂ ਜ਼ਮੀਰਾਂ ਜਾਗਦੀਆਂ ਨਾ, ਜਿਹੜੇ ਬੰਦੇ ਆਪਦੇ ਆਪ ਨੂੰ ਇਹ ਕਹਿੰਦੇ ਆ ਵੀ ਨਹੀਂ ਅਸੀਂ ਆਪਦੀ ਹੋਂਦ ਨੂੰ ਸਾਂਭੀ ਬੈਠੇ ਆ, ਅਸੀਂ ਸਾਡੀ ਸੱਭਿਆਚਾਰਕ ਹੋਂਦ ਨੂੰ ਸਾਂਭੀ ਬੈਠੇ ਆ, ਪੰਜਾਬ ਦੀ ਅਸੀਂ ਸਿਆਸਤ ਨੂੰ ਘੜਾਂਗੇ, ਪੰਜਾਬ ਦੀਆਂ ਜਿਹੜੀਆਂ ਹੱਕ ਹਕੂਕ ਦੀ ਗੱਲ ਜਿਹੜੀਆਂ ਰੂਹਾਂ ਕਰਦੀਆਂ, ਉਹ ਮੋਰਚੇ ਦੇ ਗੁਨਾਹਗਾਰ ਆਪਾਂ ਨੂੰ ਨਹੀਂ ਮੰਨਦੇ। ਕਹਿੰਦੇ ਆ ਦੀਪ ਸਿੱਧੂ ਗਲਤ ਹੱਥਾਂ 'ਚ ਚਲਾ ਗਿਆ। ਦੀਪ ਸਿੱਧੂ ਬਹੁਤ ਵਧੀਆ ਬੰਦਾ ਸੀ, ਜੇ ਰਾਈਟ ਟਰੈਕ ਤੇ ਹੁੰਦਾ ਦੀਪ ਸਿੱਧੂ ਆਪਦੀ ਹੋਂਦ ਐ ਹੌਲੀ ਹੌਲੀ ਗਵਾ ਲੂਗਾ ਇਹਦੇ ਨਾਲ। ਨਹੀਂ, ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਗਲਤ ਹੱਥ ਕੀ ਹੁੰਦੇ ਆ। ਅਸੀਂ ਹਰ ਗੱਲ ਨੂੰ ਵਪਾਰਕ ਢਾਂਚੇ 'ਚ ਹੀ ਦੇਖਣ ਲੱਗੇ। ਜੇ ਤੁਸੀਂ ਅੱਜ ਉਹ ਗੁਲਾਮੀ ਆਪਦੇ ਗਲੋਂ, ਅਸੀਂ 15 ਅਗਸਤ ਨੂੰ ਆਜ਼ਾਦੀ ਆਪਦੀ ਮਨਾ ਰਹੇ ਆ ਨਾ, ਅਸਲ ਆਜ਼ਾਦੀ ਆ ਇਹ, ਜਿੱਥੇ ਤੁਹਾਡੇ ਕੋਲੇ ਤੁਹਾਡੀ ਕਿਸਮਤ ਘੜਨ ਦੇ ਅਧਿਕਾਰ ਹੀ ਨਹੀਂ ਆ। ਤੁਸੀਂ ਸੈਂਟਰ ਤੁਹਾਨੂੰ ਚਲਾਉਂਦਾ, ਕੋਈ ਪਾਲਿਸੀ ਉਹਨਾਂ ਨੇ ਇੰਟਰੋਡਿਊਸ ਕਰਨੀ ਆ, ਸੈਂਟਰ ਨੇ ਬੈਠ ਕੇ, ਤੇ ਸਾਨੂੰ ਇੱਥੇ ਬੈਠ ਕੇ ਮੰਨਣੀ ਪੈਂਦੀ ਆ। ਉਹਦੇ ਖਿਲਾਫ ਅਸੀਂ ਡੈਮੋਕ੍ਰੇਸੀ 'ਚ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ। ਮੁਲਕ ਦੀਆਂ ਸਟੇਟਸ ਤੇ ਹੀ ਲਾਗੂ ਹੁੰਦਾ, ਇਕੱਲੇ ਪੰਜਾਬ ਤੇ ਬਿਲਕੁਲ, ਮੈਂ ਤਾਂ ਕਹਿ ਰਿਹਾ, ਮੈਂ ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਤੁਸੀਂ ਕਨਸਟੀਟਿਊਸ਼ਨ ਸਾਡੀ ਕਹਿੰਦੀ ਹੈ ਨਾ। ਕਿਸੇ ਨੂੰ ਮਹਿਸੂਸ ਕਿਉਂ ਨਹੀਂ ਹੋਇਆ ਕਦੇ ਬਾਈ ਜੀ? ਬਾਕੀ ਸਟੇਟਸ ਨੂੰ ਕਿਉਂ ਨਹੀਂ ਮਹਿਸੂਸ ਹੁੰਦਾ? ਕਿਉਂਕਿ ਇਹ ਕਿਉਂ ਨਹੀਂ ਹੁੰਦੀ? ਤਾਮਿਲਨਾਡੂ ਵੀ ਇਹ ਗੱਲ ਕਰਦਾ, ਇਹੀ ਗੱਲ ਮਹਾਰਾਸ਼ਟਰਾ ਵੀ ਕਰ ਰਿਹਾ। ਤੁਸੀਂ ਕੱਢ ਕੇ ਦੇਖ ਲਓ, ਉद्धਵ ਠਾਕਰੇ ਦੀ ਸਟੇਟਮੈਂਟ, ਉਹਨੇ ਫੈਡਰਲ ਸਟਰਕਚਰ ਤੇ ਗੱਲ ਕੀਤੀ ਆ। ਇਹੀ ਗੱਲ ਮਮਤਾ ਬੈਨਰਜੀ ਕਰ ਰਹੀ ਆ। ਜਦੋਂ ਮੈਂ ਤੁਹਾਨੂੰ ਕਿਹਾ ਵੀ ਪ੍ਰੋਬਲਮ ਪੋਲੀਟੀਕਲ ਆ ਬਾਈ ਜੀ, ਪੋਲੀਟੀਕਲ ਪ੍ਰੋਬਲਮ ਆ। ਜਦੋਂ ਮੈਜੋਰਿਟੇਰੀਅਨ ਸਿਸਟਮ ਨੂੰ ਅਸੀਂ ਇੰਨੀ ਵੱਡੇ ਤਰੀਕੇ ਨਾਲ, ਅੱਜ ਕੀ ਹੋ ਰਿਹਾ ਇੱਥੇ, ਜਿਹੜੇ ਘੱਟ ਗਿਣਤੀਆਂ, ਉਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਵਾਸਤੇ ਕਿੱਡਾ ਵੱਡਾ ਸੰਘਰਸ਼ ਵਿੱਢਣਾ ਪੈਂਦਾ, ਛੋਟੀ ਜੀ ਗੱਲ ਵਾਸਤੇ। ਤੇ ਜਿਹੜੀ ਮੈਜੋਰਿਟੀ ਆ, ਉਹਨਾਂ ਨੂੰ ਛੋਟੀ ਜੀ ਗੱਲ ਕਰਨ ਵਾਸਤੇ ਕੋਈ ਸੰਘਰਸ਼ ਦੀ ਜ਼ਰੂਰਤ ਨਹੀਂ, ਉਹ ਆਪੇ ਹੋ ਜਾਂਦੀ ਆ। ਅੱਜ ਦੇਖੋ ਤੁਸੀਂ, ਇੰਨਾ ਵੱਡਾ ਸੰਘਰਸ਼, ਇੰਨੇ ਜ਼ਿਆਦਾ ਰਿਸੋਰਸਿਸ, ਸਾਡਾ ਟਾਈਮ ਵੇਸਟ ਹੋਇਆ, ਰਿਸੋਰਸਿਸ ਵੇਸਟ ਹੋਏ, ਆਪਸ 'ਚ ਖੈਬੜਬਾਜ਼ੀਆਂ ਹੋਈਆਂ ਪਈਆਂ। ਇੱਥੇ ਕੋਈ ਕਹਿੰਦਾ ਤੁਸੀਂ ਚੰਗਾ ਕੰਮ ਕਰ ਰਹੇ ਹੋ, ਕੋਈ ਕਹਿੰਦਾ ਮੰਦਾ ਕਰ ਰਹੇ ਹੋ। ਹੁਣ ਤੁਸੀਂ ਕਿਹਾ ਆਪਾਂ ਕਿਸਾਨ ਆਗੂਆਂ ਦੇ, ਨਹੀਂ, ਕਿਸਾਨ ਆਗੂਆਂ ਨੂੰ ਮੈਂ ਤਾਂ ਦਿੱਲੀ ਲਾਲ ਕਿਲੇ 'ਚ 26 ਤਰੀਕ ਨੂੰ ਟਰੈਕਟਰ ਤੇ ਮੇਰੇ ਫੇਸਬੁੱਕ ਤੇ ਪਈ ਆ, ਜਾ ਕੇ ਸੁਣ ਲਓ। ਮੈਂ ਉੱਥੇ ਵੀ ਕਿਹਾ ਸੀ ਕਿਸਾਨ ਆਗੂਆਂ ਦੀ ਅਗਵਾਈ 'ਚ, ਸਾਡੇ ਬਜ਼ੁਰਗ ਸਾਡੇ ਲੀਡਰ ਆ, ਉਹ ਸਾਨੂੰ ਅਗਲਾ ਪ੍ਰੋਗਰਾਮ ਦੇਣ। ਅਗਲਾ ਪ੍ਰੋਗਰਾਮ ਤਾਂ ਕੀ ਦੇਣਾ ਸੀ, ਉਹ ਤਾਂ ਉਲਟਾ ਲੱਗ ਪਏ। ਬਥੇਰੇ ਪ੍ਰੋਗਰਾਮ ਆਏ, ਕਿਸਾਨ ਸੰਸਦ ਹੋਈ ਹੈ, ਹੋਰ ਬਹੁਤ ਸਾਰੇ, ਤੁਸੀਂ ਗਏ ਨਹੀਂ ਉਸ ਤੋਂ ਬਾਅਦ? ਬਾਈ ਜੀ, ਕਿਸਾਨ, ਇੱਕ ਮਿੰਟ, ਕਿਸਾਨ ਸੰਸਦ ਦੀ ਹੁਣ ਗੱਲ ਸੁਣ ਲਓ। ਗਿਆ ਕਿਉਂ ਨਹੀਂ, ਮੇਰੀ ਇੱਕ ਗੱਲ, ਇਹਦਾ ਵੀ ਮੈਂ ਤੁਹਾਨੂੰ ਜਵਾਬ ਦੇ ਦਾਂ। ਸਾਨੂੰ ਇੱਕ ਗੱਲ ਮਿਥਣੀ ਪਊਗੀ ਵੀ ਸਾਡਾ ਕੌਣ ਆ ਤੇ ਬਗਾਨਾ ਕੌਣ ਆ। ਜੇ ਤੁਸੀਂ ਇਹ ਗੱਲ ਕਹੋਗੇ ਵੀ ਮੈਂ ਨਹੀਂ ਗਿਆ ਉੱਥੇ ਜਾ ਕੇ, ਮੇਰੇ ਲਈ ਮੇਰੇ ਗਾਇਆਂ ਤੇ ਜਾਂ ਕਿਸੇ ਹੋਰ ਦੇ ਗਾਇਆਂ ਤੇ ਉੱਥੇ ਬੰਦੇ ਮੁੜੇ ਆਉਣਗੇ, ਇਹ ਗੱਲ ਝੂਠ ਆ। ਮੈਂ ਉਦੋਂ ਦਾ ਇੱਕ ਗੱਲ ਕਹੀ ਜਾਂਦਾ, ਲਓ ਅੱਜ ਇਸ ਚੈਨਲ ਦੇ ਥਰੂ ਜਾਂ ਤੁਸੀਂ ਇੰਟਰਵਿਊ ਕਰ ਰਹੇ ਹੋ ਨਾ, ਆਪਾਂ ਇੱਕ ਗੱਲ ਜਨਤਕ ਕਰਦੇ ਹਾਂ, ਚਾਹੇ ਕਿਸਾਨ ਆਗੂ ਹੋਣ, ਚਾਹੇ ਲੱਖਾ ਹੋਵੇ, ਚਾਹੇ ਹੋਰ ਕੋਈ ਸਾਡੇ ਜਿਹੜੇ ਬਾਪੂ ਡਿਬਡਿਬਾ ਜੀ ਹੋਣ, ਜਿਹੜਾ ਮਰਜ਼ੀ ਹੋਵੇ, ਮੈਂ ਅੱਜ ਵੀ ਕਹਿੰਦਾ ਏਕੇ 'ਚ ਚੱਲੋ। ਅੱਜ ਲਓ, ਅਸੀਂ ਏਕੇ ਦਾ ਹੋਕਾ ਦਿੰਨੇ ਆ, ਏਕੇ 'ਚ ਚੱਲੋ। ਜਦੋਂ ਤੱਕ ਅਸੀਂ ਇੱਕ ਨਹੀਂ ਆ, ਜਿਹੜਾ ਮਰਜ਼ੀ ਉੱਥੇ ਜਾ ਕੇ ਬੈਠਾ ਰਹੇ, ਜਿੰਨੀਆਂ ਮਰਜ਼ੀ ਸੰਸਦਾਂ ਲਾ ਲਓ, ਜੋ ਮਰਜ਼ੀ ਕਰ ਲਓ, ਉਹਨਾਂ ਤੋਂ ਪਰਮਿਸ਼ਨਾਂ ਲੈ ਸਾਡਾ ਕੁਝ ਨਹੀਂ ਵੱਟਿਆ ਜਾਣਾ, ਕਿਸੇ ਦਾ ਬੇਰਾਂ ਵੱਟੇ ਨਹੀਂ ਪੁੱਛਣਾ ਸਾਨੂੰ ਕਿਸੇ ਨੇ। ਜੇ ਅਸੀਂ ਇੱਕ ਹੋ ਗਏ, ਅੱਜ ਵੀ ਇੱਕ ਹੋ ਗਏ, ਅਸੀਂ ਸੰਘਰਸ਼ ਵੀ ਜਿੱਤਾਂਗੇ, ਜਿਹੜਾ ਕਿ ਸਾਨੂੰ ਜਿੱਤਣਾ ਚਾਹੀਦਾ। ਸਾਡੇ ਪੰਜਾਬ ਦੇ ਬੰਦੇ ਜਾਂ ਬਾਹਰ ਬੈਠੇ ਆ ਜਿਹੜੇ, ਰਾਹੀਂ ਆਪਦੀ ਵਾਪਸੀ ਦਾ ਰਾਹ ਲੱਭਦੇ ਨਹੀਂ, ਮੈਂ ਕਹਿੰਦਾ ਮੈਂ ਪਿੱਛੇ ਬੈਠੂੰਗਾ, ਮੈਨੂੰ ਕੋਈ ਵਾਪਸੀ ਨਹੀਂ ਚਾਹੀਦੀ, ਕੋਈ ਸਟੇਜ ਨਹੀਂ ਚਾਹੀਦੀ, ਕੋਈ ਮੈਨੂੰ ਅੱਗੇ ਹੋ ਕੇ ਵੀ ਮੈਨੂੰ ਨੇਤਾ ਬਣਾਓ ਜਾਂ ਮੈਨੂੰ ਕੋਈ ਇਲੈਕਸ਼ਨ ਲੜਾਓ, ਕੁਝ ਨਹੀਂ ਚਾਹੀਦਾ। ਇਹ ਰਿਕਾਰਡ ਕਰ ਲਓ ਸਟੇਟਮੈਂਟ, ਆਈ ਜਾ ਕੇ ਦਿਖਾਓ। ਦੋ ਗੱਲਾਂ ਕਰ ਰਹੇ ਹੋ ਤੁਸੀਂ, ਇਹ ਵੀ ਕਹਿ ਰਹੇ ਹੋ ਕਿ ਮੈਂ ਨਹੀਂ ਕਹਿ ਰਿਹਾ ਇਲੈਕਸ਼ਨ ਲੜਾਓ ਜਾਂ ਮੈਨੂੰ ਨੇਤਾ ਬਣਾਓ, ਤੁਸੀਂ ਕਹਿ ਰਹੇ ਹੋ ਕਿ ਹੱਲ ਵੀ ਹੈ ਜਿਹੜਾ ਉਹ ਪੋਲੀਟੀਕਲ ਹੋਊਗਾ। ਇਸੇ ਕਰਕੇ ਦੋ ਵੱਖਰੀਆਂ ਗੱਲਾਂ ਹੈ ਹੀ ਵੱਖਰੀਆਂ ਗੱਲਾਂ। ਕਿਸਾਨੀ ਸੰਘਰਸ਼ ਆ ਜਿਹੜਾ, ਉਹ ਕੱਲਾ ਸਾਡੇ 3 ਕਾਨੂੰਨਾਂ ਨੂੰ ਸੀਮਤ ਹੋ ਜਾਂ ਇਹਨੂੰ
ਰੱਦ ਕਰਾਉਣ ਤੱਕ ਸੀਮਤ ਨਹੀਂ ਆ। ਹੱਲ ਪੋਲੀਟੀਕਲ ਆ, ਔਰ ਪੋਲੀਟੀਕਲ ਹੱਲ ਜਦੋਂ ਤੱਕ ਤੁਸੀਂ ਉਸ ਪੋਲੀਟੀਕਲ ਸਪੇਸ 'ਚ ਜਾ ਕੇ ਵੀ ਸੰਘਰਸ਼ ਨਹੀਂ ਕਰੋਗੇ, ਮੇਨ ਸਟ੍ਰੀਮ ਪੋਲਿਟਿਕਸ 'ਚ ਜਾ ਕੇ ਆਪਦੇ ਬੰਦੇ ਉੱਥੇ ਨਹੀਂ ਲੈ ਕੇ ਜਾਓਗੇ, ਉਦੋਂ ਤੱਕ ਇਹਦਾ ਹੱਲ ਨਹੀਂ ਨਿਕਲਣਾ। ਸੋ ਇਸ ਲਈ ਸਾਨੂੰ ਕਿਸਾਨੀ ਸੰਘਰਸ਼ 'ਚ ਵੀ ਇੱਕ ਹੋਣਾ ਪਊ, ਸਾਨੂੰ ਪੋਲੀਟੀਕਲ ਸਪੇਸ 'ਚ ਵੀ ਇੱਕ ਹੋਣਾ ਪਊ। ਕੇਂਦਰ ਦੀ ਪੋਲੀਟੀਕਲ ਲੜਾਈ ਦੀ ਗੱਲ ਕਰਦੇ ਹੋ ਕਿ ਪੰਜਾਬ ਦੀ ਕਰਦੇ ਹੋ? ਬਾਈ ਜੀ ਇੱਕ ਮਿੰਟ, ਪੰਜਾਬ ਦੀ ਪੋਲੀਟੀਕਲ ਲੜਾਈ ਦੀ ਵੀ ਗੱਲ ਕਰ ਰਹੇ ਹਾਂ ਤੇ ਕੇਂਦਰ ਦੀ, ਇਹ ਦੋਨੇ ਜੁੜੀਆਂ ਹੋਈਆਂ ਗੱਲਾਂ। ਅੱਜ ਦੀ ਡੇਟ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪੰਜਾਬ ਸੈਂਟਰ ਅੱਗੇ ਕਿਵੇਂ ਖੇਡਦਾ। ਜਿਹੜੀ ਸਾਡੀ ਲੀਡਰਸ਼ਿਪ ਅੱਜ ਤੱਕ ਪੰਜਾਬ 'ਚ ਹੋਈ ਆ, ਉਹ ਜਿੰਨਾ ਸੈਂਟਰ ਅੱਗੇ ਝੁਕਦੀ ਆ, ਸੈਂਟਰ ਉਹਨਾਂ ਨੂੰ ਬਹਾਲ ਕਰਕੇ ਰੱਖਦਾ। ਹੁਣ ਆਉਣ ਵਾਲੀਆਂ ਚੋਣਾਂ 'ਚ ਦੇਖ ਲਓ, ਜੇ ਕਿਤੇ ਅਸੀਂ ਇਕੱਠੇ ਨਾ ਹੋਏ ਨਾ, ਤੇ ਮੌਕਾ ਵੀ ਇਹੀ ਆ, ਮੁੜ ਕੇ ਜਿਹੜਾ ਲੀਡਰ ਉਹਨਾਂ ਦੇ ਸਾਹਮਣੇ ਜ਼ਿਆਦਾ ਜਾ ਕੇ ਝੁਕ ਗਿਆ, ਉਹ ਬੰਦੇ ਨੂੰ ਸੀਐਮ ਬਣਾ ਦੇਣਗੇ ਤੇ ਆਪਦੇ ਹੱਥਾਂ 'ਚ ਖੜਾਉਣਗੇ। ਸੋ ਇਹਦਾ ਮਤਲਬ ਸਾਡੀ ਪੋਲੀਟੀਕਲ ਸਪੇਸ ਆ ਜਿਹੜੀ, ਚਾਹੇ ਕੇਂਦਰ ਦੀ ਪੋਲੀਟੀਕਲ ਸਪੇਸ ਹੋਵੇ, ਚਾਹੇ ਪੰਜਾਬ ਦੀ ਪੋਲੀਟੀਕਲ ਸਪੇਸ ਹੋਵੇ, ਉਹ ਲੋਕਾਂ ਦੇ ਹੱਥਾਂ 'ਚ ਹੋਵੇ ਤੇ ਲੋਕ ਆਪਦੇ ਵਿੱਚੋਂ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰਨ। ਪੰਜਾਬ ਪ੍ਰਸਤ ਹੋਵੇ, ਪੰਥ ਪ੍ਰਸਤ ਹੋਵੇ, ਜਾਂ ਆਪਣੇ ਸਾਰੇ ਜਿਹੜੇ ਇੱਥੇ ਰਹਿੰਦੀਆਂ ਕੌਮਾਂ ਉਹਨਾਂ ਦੇ ਪ੍ਰਸਤ ਹੋਵੇ। ਜੇ ਅਸੀਂ ਪੰਜਾਬ ਪ੍ਰਸਤ ਬਿਨਾਂ ਕੀਤੇ ਕੋਈ ਗੱਲ ਕਰਦੇ ਆ ਕਿਸੇ ਨੈਸ਼ਨਲ, ਅੱਜ ਦੇਖ ਲਓ ਤੁਸੀਂ, ਜਿਹੜੇ ਬੰਦੇ ਕੋਈ ਕਾਂਗਰਸ ਪਾਰਟੀ ਨੇ ਐਡਵਾਈਜ਼ਰ ਲਾਏ ਆ, ਕੱਲ ਤੱਕ ਉਹੀ ਬੰਦੇ ਵੱਧ ਅਧਿਕਾਰਾਂ ਦੀ ਵੀ ਗੱਲ ਕਰਦੇ ਰਹੇ ਆ, ਉਹੀ ਬੰਦੇ ਪੋਲੀਟੀਕਲ ਸਿਸਟਮ ਦੇ ਵੀ ਅਗੇਂਸਟ ਰਹੇ ਆ, ਤੇ ਉਹੀ ਬੰਦੇ ਉਹਨਾਂ ਦੀਆਂ ਝੋਲੀਆਂ 'ਚ ਜਾ ਕੇ ਬਹਿ ਜਾਂਦੇ ਆ। ਸਾਨੂੰ ਇੱਕ ਗੱਲ ਮਿਥਣੀ ਪਊਗੀ, ਆ ਜਿਹੜੇ ਪੁਰਾਣੀ ਲੀਡਰਸ਼ਿਪ ਆ ਨਾ, ਤੇ ਜਿਹੜੇ ਆਹ ਬਹੁਤ ਵੱਡੇ ਬੁੱਧੀਮਾਨੀ ਬਣੇ ਹੋਏ ਆ, ਜਿਹੜੇ ਆਪਦੇ ਆਪ ਨੂੰ ਕਹਿੰਦੇ ਆ ਵੀ ਅਸੀਂ ਧੁੱਪ 'ਚ ਥੋੜੀ ਚਿੱਟੇ ਕੀਤੇ ਆ, ਇਹਨਾਂ ਤੋਂ ਖਹਿੜਾ ਛਡਾਓ ਪਹਿਲਾਂ ਤਾਂ, ਹਨਾ। ਇੱਕ ਇਤਿਹਾਸ 'ਚ ਕੁਝ ਮੌਕੇ, ਕੁਝ ਮੋੜ ਇਹੋ ਜਿਹੇ ਆਉਂਦੇ ਆ ਜਦੋਂ ਪੁਰਾਣੇ ਬੰਦਿਆਂ ਤੋਂ ਖਹਿੜਾ ਛਡਾ ਕੇ ਇੱਕ ਪੈਰਾਡਾਈਮ ਸ਼ਿਫਟ ਸੁਸਾਇਟੀ 'ਚ ਵੀ ਸਾਨੂੰ ਚਾਹੀਦੀ ਆ, ਤੇ ਪੋਲੀਟੀਕਲੀ ਵੀ ਸਾਨੂੰ ਚਾਹੀਦੀ ਆ, ਜਿੱਥੇ ਨਵੀਂ ਲੀਡਰਸ਼ਿਪ ਤੇ ਨਵੇਂ ਬੰਦੇ ਤੇ ਨਵੇਂ ਚਿਹਰੇ ਲੈ ਕੇ ਆਈਏ ਅਸੀਂ। ਇਹਨਾਂ ਗੱਲਾਂ ਨਾਲ ਆਪਦੀ ਲੀਡਰੀ ਦਾ ਰਾਹ ਤਾਂ ਨਹੀਂ ਲੱਭ ਰਹੇ ਇਹ, ਕਿ ਇੱਕ ਸਪੇਸ ਕ੍ਰੀਏਟ ਕਰਾ ਰਹੇ ਪੰਜਾਬ ਦੇ ਵਿੱਚ? ਨਹੀਂ ਬਾਈ ਨੇ ਤਾਂ ਪਹਿਲਾਂ ਵੀ ਸ਼ੁਰੂ ਤੋਂ ਵੀ ਬੋਲਿਆ ਕਿ ਮੈਂ ਨਹੀਂ ਖੇਡਣਾ, ਔਰ ਮੈਂ ਤਾਂ ਇੱਕ ਜਗ੍ਹਾ ਤੇ ਬੋਲਿਆ ਸੀਗਾ ਕਿ ਮੈਂ ਆਪਣੀ ਗਰਦਨ ਕਟਾ ਦੂੰਗਾ ਜੇ ਭਾਜੀ ਕਦੇ ਇਲੈਕਸ਼ਨ ਲੜੇ ਤੇ। ਮੈਨੂੰ ਲੱਗਦਾ ਕਟਾਉਣੀ ਪੈਣੀ ਆ ਤੁਹਾਨੂੰ। ਨਹੀਂ ਭਾਈ ਨੇ ਨਹੀਂ ਲੜਨਾ, ਮੈਨੂੰ ਪਤਾ ਨਹੀਂ ਲੜਨਾ। ਲੜਨਾ ਨਾ ਲੜਨਾ ਵੀ ਇੱਕ ਪਾਸੇ ਹੁੰਦਾ, ਇੱਕ ਨੈਰੇਟਿਵ ਸਿਰਜਣਾ, ਫਿਰ ਕਿਸੇ ਵੱਲ ਸ਼ਿਫਟ ਕਰ ਦੇਣਾ, ਇਹ ਵੀ ਇੱਕ ਗੇਮ ਹੁੰਦੀ ਹੈ। ਭਾਜੀ ਨੇ ਜਿਹੜਾ ਕੀਤਾ, ਜਾਂ ਜਿਹੜਾ ਹੋਰ ਬਹੁਤ ਲੋਕਾਂ ਨੂੰ ਪ੍ਰੋਬਲਮ ਵੀ ਭਾਜੀ ਤੋਂ ਹੈਗੀ ਹੈ ਕਿ ਭਾਜੀ ਇੱਕ ਲੋਕਾਂ ਨੂੰ ਜਗਾ ਰਿਹਾ। ਇਸ ਵਾਰ ਜਿਹੜਾ ਆ ਸਭ ਹੋਇਆ ਪਿਛਲੇ 5-6 ਮਹੀਨਿਆਂ ਦੇ ਵਿੱਚ, ਇੱਕ ਲੋਕੀ ਜਾਗਰੂਕ ਹੋਏ ਆ। ਹੁਣ ਜਿਹੜਾ ਇਲੈਕਸ਼ਨ ਹੋਣਾ ਆ ਵੀ ਨਾਰਮਲ ਨਹੀਂ ਹੋਣਾ, ਪਿਛਲਿਆਂ ਵਰਗਾ ਨਹੀਂ ਹੋਣਾ। ਹੁਣ ਲੋਕੀ ਕੁਝ ਹੋਰ ਆਪ ਵੀ ਮਹਿਸੂਸ ਕਰ ਰਹੇ ਹੋਵੋਗੇ ਕਿ ਡਿਮਾਂਡ ਵੀ ਦੀਪ ਸਿੱਧੂ ਨੇ ਜਾਗਰੂਕ ਕਰਤੇ। ਐਡਾ ਅੰਦੋਲਨ ਰਿਹਾ, 32 ਜਥੇਬੰਦੀਆਂ ਬੈਠੀਆਂ ਨੇ, ਦੇਸ਼ ਦੀਆਂ ਹੋਰ ਜਥੇਬੰਦੀਆਂ ਆਈਆਂ, तमाम ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਦੇ ਲੋਕ ਆ ਕੇ ਬੈਠੇ, ਪਰ ਜਗਾਇਆ ਦੀਪ ਸਿੱਧੂ ਨੇ। ਜਿਸ ਚੀਜ਼ ਦੇ ਲਈ, ਜਿਸ ਚੀਜ਼ ਦੀ ਮੈਂ ਗੱਲ ਕਰਦਾ ਵਾ, ਪੰਜਾਬ ਨੂੰ ਜਗਾਉਣ ਵਾਲੇ ਬੰਦੇ ਦਾ ਨਾਮ ਦੀਪਾ ਜੀ ਆ। ਬਾਕੀ ਮੋਰਚਾ ਸੀਗਾ, ਇਹ ਵੀ ਗੱਲ ਸੱਚ ਹੈ, ਜੇ ਸ਼ੰਭੂ ਮੋਰਚਾ ਨਹੀਂ ਲੱਗਿਆ ਹੁੰਦਾ ਤੇ ਦਿੱਲੀ ਵੀ ਨਹੀਂ ਪਹੁੰਚੇ ਹੁੰਦੇ। ਕੀ ਗੱਲ ਕਰ ਰਹੇ ਹੋ ਕਲਸੀ ਸਾਹਿਬ? ਦਿੱਲੀ ਕੋਈ ਸ਼ੰਭੂ ਮੋਰਚਾ? ਨਹੀਂ, ਜਦੋਂ ਦਿੱਲੀ ਪਹੁੰਚ ਗਏ ਸੀਗੇ ਤਾਂ ਤੱਕ ਕਿਸਾਨ ਲੀਡਰਸ਼ਿਪ ਸੀਗੀ, ਉਹ ਗਈ ਨਹੀਂ ਸੀਗੀ। ਤੁਸੀਂ ਵੀ ਗਵਾਹ ਹੋ ਇਸ ਚੀਜ਼ ਦੇ। ਸਾਹਿਬ ਸਭ ਤੋਂ ਮੂਹਰੇ ਸੀਗੇ, ਚੜੂਨੀ ਸਾਹਿਬ ਦਿੱਲੀ ਹਰਿਆਣੇ ਵਾਲੇ ਸੀਗੇ, ਹਰਿਆਣੇ ਵਾਲੇ ਸਭ ਤੋਂ ਮੂਹਰੇ ਰਹੇ ਆ। ਉਹ ਪਹਿਲਾਂ ਪਹੁੰਚੇ ਹੋਏ ਸੀਗੇ। ਮੋਰਚੇ ਵਾਲੇ ਉਦੋਂ ਸ਼ੰਭੂ ਸੀ, ਜਦੋਂ ਕਰਨਾਲ ਟੱਪ। ਪੰਜਾਬ ਦੀ ਲੀਡਰਸ਼ਿਪ ਕਿਉਂ ਗਈ ਕਈ ਦਿਨਾਂ ਬਾਅਦ, 2 ਦਿਨ ਬਾਅਦ ਮੇਰੇ ਖਿਆਲ ਗਏ? ਕਿਉਂ? ਉਹ ਕਿਉਂ ਨਹੀਂ ਲੈ ਕੇ ਗਏ ਅੱਗੇ ਲੱਗ ਕੇ? ਬਾਈ ਦੇਖੋ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਨਾ, ਚਲੋ ਇਹ ਤਾਂ ਬਾਈ ਦਾ ਪਿਆਰ ਆ, ਪਰ ਇੱਕ ਗੱਲ ਆਪਾਂ ਇਹਨਾਂ ਨੂੰ ਇਹ ਪੁੱਛ ਲਾਂ, ਤੁਹਾਨੂੰ ਕੀ ਮਿਲ ਰਿਹਾ? ਤੁਹਾਨੂੰ ਕੀ ਇਹ ਚੋਂ ਖੱਟਿਆ ਕੀ ਆ ਤੁਸੀਂ? ਨਹੀਂ, ਮੈਨੂੰ ਪੰਜਾਬ ਨਾਲ ਪਿਆਰ ਹੈ, ਮੈਨੂੰ ਹਰ ਉਸ ਬੰਦੇ ਨਾਲ ਪਿਆਰ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ। ਔਰ ਭਾਜੀ ਦੀ ਗੱਲਾਂ ਜਿਹੜੀਆਂ, ਉਹ ਨਵਜੋਤ ਸਿੱਧੂ ਨੂੰ ਵੀ ਬਹੁਤ ਪਿਆਰ ਹੈ ਪੰਜਾਬ ਨਾਲ। ਉਹ ਦਿਖਾਵੇ ਵਾਲਾ ਹੈ, ਉਹ ਦਿਖਾਵੇ ਵਾਲਾ, ਸਾਫ਼ ਦਿਖਦਾ ਕਿ ਦਿਖਾਵੇ ਵਾਲਾ ਪੰਜਾਬ ਹੈ, ਪਿਆਰ ਹੈ ਉਹ ਵਾਲਾ। ਤੁਸੀਂ ਕੁਝ ਕਹਿ ਰਹੇ ਸੀ ਇਹਦੇ? ਨਹੀਂ, ਮੈਂ ਗੱਲ ਇੱਕ ਕਹਿ ਰਿਹਾ, ਸਿੱਧੂ ਸਾਹਿਬ ਵੀ ਕਹਿ ਦੇਣ ਕਿ ਵੀ ਮੈਂ ਨਹੀਂ ਲੜਦਾ ਇਲੈਕਸ਼ਨ, ਮੈਂ ਪੰਜਾਬ ਦੇ ਲਈ ਖੜਦਾ। ਕਹਿ ਦੇਣ ਇੱਕ ਤਾਂ ਸਿਆਸੀ ਬੰਦਾ ਜਿਹਦਾ ਕਰੀਅਰ ਹੀ ਸਿਆਸੀ ਹੈ, ਉਹ ਕਿਉਂ ਕਹੂਗਾ ਮੈਂ ਲੈ ਕੇ? ਤੁਸੀਂ ਫਿਲਮਾਂ ਬਣਾਉਣੀਆਂ ਛੱਡ ਸਕਦੇ? ਆਹੀ ਫਰਕ ਹੈ, ਆਹੀ ਫਰਕ ਹੈ। ਜੇ ਬਾਈ ਗੱਲ ਪੰਜਾਬ ਤੇ ਆਈ ਛੱਡ ਦਾਂਗੇ, ਲਓ ਦੱਸੋ, ਪੰਜਾਬ ਤੇ ਗੱਲ ਆ ਜੇ ਛੱਡ ਦਿੰਨੇ ਆ। ਬੜਾ ਕੁਝ ਛੱਡਣਾ ਪੈਂਦਾ ਹੁੰਦਾ, ਆਪਦੇ ਯਾਰ ਬੇਲੀ ਛੱਡਤੇ, ਸਾਰਾ ਸਰਕਲ ਛੱਡਤਾ। ਤੁਸੀਂ ਦੱਸੋ ਛੱਡਣਾ ਕੀ ਹੈ ਯਾਰ? ਜੇ ਇੱਥੇ ਗੱਲ ਆਉਂਦੀ ਹੈ ਨਾ ਵੀ ਸਿਆਸੀ ਬੰਦਾ ਕਿਉਂ ਛੱਡੇ, ਤਾਂ ਐਂ ਕਰੋ, ਸਾਡੇ ਮਸਲਿਆਂ ਦਾ ਹੱਲ ਦੇ ਦਿਓ। ਮੈਂ ਇੱਕ ਮਿੰਟ, ਤੁਸੀਂ ਕਲੈਰਿਟੀ ਨਹੀਂ ਦੇ ਰਹੇ। ਤੁਸੀਂ ਕਹਿੰਦੇ ਹੋ ਕਿ ਪੋਲੀਟੀਕਲ ਸਿਸਟਮ 'ਚੋਂ ਹੋ ਕੇ ਇਹਦਾ ਹੱਲ ਮਿਲਣਾ ਹੈ। ਤੁਸੀਂ ਇਹ ਵੀ ਕਹਿੰਦੇ ਹੋ ਮੈਂ ਚੋਣ ਨਹੀਂ ਲੜਨੀ। ਕਲਸੀ ਭਾਜੀ ਕਹਿ ਰਹੇ ਆ ਕਿ ਮੈਂ ਆਪਦਾ ਗਲ ਕਟਾ ਦੂੰਗਾ ਜੇ ਦੀਪ ਸਿੱਧੂ ਚੋਣ ਲੜਦਾ। ਫਿਰ ਤੁਸੀਂ ਚਾਹੁੰਦੇ ਕਿਉਂ ਪੰਜਾਬ? ਦੇਖੋ, ਇਹ ਤਾਂ ਇੱਕ ਇਮੋਸ਼ਨ ਜਿਹੜਾ ਤੁਸੀਂ ਜਗਾਤਾ ਇਹਨਾਂ ਦਾ, ਹਨਾ। ਪਰ ਪੰਜਾਬ ਤੋਂ ਮੈਂ ਕੀ ਚਾਹਣ ਵਾਲੀ ਗੱਲ ਕਰਦੇ ਆ। ਅੱਜ ਦੀਪ ਸਿੱਧੂ ਵੀ ਐਗਜ਼ਿਸਟਿੰਗ ਸਟਰਕਚਰ 'ਚ ਚੋਣ ਲੜੂਗਾ ਨਾ, ਕਿਉਂ? ਇਹਦਾ ਰੀਜ਼ਨ ਕਿਉਂ ਆ? ਮੈਂ ਕਹਿੰਦਾ ਕਿਉਂ ਨਹੀਂ ਲੜਦੇ? ਅੱਜ ਐਗਜ਼ਿਸਟਿੰਗ ਸਟਰਕਚਰ 'ਚ ਦੀਪ ਸਿੱਧੂ ਵੀ ਚੋਣ ਲੜੂਗਾ ਨਾ, ਦੀਪ ਸਿੱਧੂ ਵੀ ਉਹਨਾਂ ਲੀਡਰਾਂ 'ਚੋਂ ਹੀ ਇੱਕ ਹੋ ਜਾਊਗਾ ਜਿਹੜੇ ਲੀਡਰ ਸਮੇਂ-ਸਮੇਂ ਤੋਂ ਆਏ ਤੇ ਗਏ। ਇਹ ਨਹੀਂ ਆ ਵੀ ਇੱਥੇ ਇਮਾਨਦਾਰ ਲੀਡਰ ਨਹੀਂ ਆਏ, ਪਰ ਜਿਹੜੇ ਸਟਰਕਚਰ 'ਚੋਂ,
ਜਿਹੜੇ ਪੋਲੀਟੀਕਲ ਸਟਰਕਚਰ 'ਚ ਅਸੀਂ ਹੱਲ ਲੱਭਦੇ ਆ ਉੱਥੇ ਹੱਲ ਹੀ ਨਹੀਂ ਪਿਆ। ਜਦੋਂ ਤੱਕ ਅਸੀਂ ਸੰਘਰਸ਼ ਨਹੀਂ ਕਰਾਂਗੇ, ਜਦੋਂ ਤੱਕ ਅਸੀਂ ਐਕਚੁਅਲੀ ਸਾਡੀ ਕਨਸਟੀਟਿਊਸ਼ਨ ਕਹਿੰਦੀ ਹੈ ਨਾ, ਸੰਘਰਸ਼ ਕਰੋਗੇ? ਸਾਡੀ ਕਨਸਟੀਟਿਊਸ਼ਨ ਕਹਿੰਦੀ ਆ ਵੀ ਆਰ ਕੁਆਡੀ ਫੈਡਰਲ ਨੇਸ਼ਨ। ਪ੍ਰੈਕਟਿਸ 'ਚ ਤੁਸੀਂ ਮੈਨੂੰ ਇਹਦਾ ਜਵਾਬ ਦੇ ਦਿਓ, ਅਸੀਂ ਕੁਆਜ਼ੀ ਫੈਡਰਲ ਹੈਗੇ ਆ? ਨਹੀਂ, ਅਸੀਂ ਤਾਂ ਯੂਨਿਟਰੀ ਫਾਰਮ ਆਫ ਗਵਰਨਮੈਂਟ ਆ, ਸੈਂਟਰਲ ਪਾਵਰ ਆ, ਪਰਸਨਲਾਈਜ਼ ਕਰਕੇ ਪਾਵਰ ਨੂੰ ਬੈਠੇ ਰਹਿੰਦੇ ਆ। ਤੁਹਾਡੇ ਕੋਲੇ ਕੋਈ ਡਿਸਟ੍ਰੀਬਿਊਸ਼ਨ ਆਫ ਪਾਵਰ ਹੀ ਨਹੀਂ ਆ। ਫਿਰ ਤੁਸੀਂ ਸਿੱਧੇ ਤੌਰ ਤੇ ਕਹੋ ਕਿ ਕੀ ਪਾਰਟੀ ਬਣਾਓਗੇ ਕੋਈ, ਜਾਂ ਕੱਲ ਨੂੰ ਕੁਝ ਕਰੋਗੇ? ਇੱਕ ਮਿੰਟ, ਮੈਂ ਇਹੀ ਕਰਕੇ ਤਾਂ ਕਹਿ ਰਿਹਾ, ਆਹੀ 골ਡਨ ਮੌਕਾ, ਇਕੱਠੇ ਹੋ ਜਾਓ। ਕੱਲਾ ਦੀਪ ਸਿੱਧੂ ਪਾਰਟੀ ਬਣਾ ਕੇ ਕੀ ਕਰ ਲੂ? ਇਕੱਠੇ ਹੋ ਜਾਈਏ, 골ਡਨ ਚਾਂਸ ਇਸ ਟਾਈਮ ਆ। ਉਹਨਾਂ ਬੰਦਿਆਂ ਨੂੰ ਲੜਾਈਏ ਜਿਹੜੇ ਲੜਨਾ ਚਾਹੁੰਦੇ ਆ। ਦਿੱਲੀ ਇਕੱਠੇ ਹੋਏ ਬੈਠੇ, ਤੁਸੀਂ ਜਾਓ, ਜਿਹੜੇ ਨਾਲ ਨਹੀਂ ਜੁੜੇ ਹੋਏ ਉੱਥੇ ਜਾ ਕੇ ਬਹਿ ਜਾਓ ਉਹਨਾਂ ਬਾਈ ਜੀ। ਨਹੀਂ, ਗੱਲ ਸਮਝੋ ਤੁਸੀਂ। ਦਿੱਲੀ ਇਕੱਠੇ ਇਸ ਕਿਸਾਨੀ ਸੰਘਰਸ਼ ਲਈ ਹੋਏ ਬੈਠੇ ਆ, ਉਹ ਤੋਂ ਤਾਂ ਬਾਹਰ ਹੀ ਨਹੀਂ ਆਪਾਂ। ਮੈਂ ਤਾਂ ਅੱਜ ਵੀ ਕਹਿਣਾ, ਮੈਂ ਉਹਨਾਂ ਦਾ, ਸਾਡੇ ਜਿਹੜੇ ਕਿਸਾਨੀ ਸੰਘਰਸ਼ ਦੇ ਸਾਡੇ ਲੀਡਰ ਆ, ਸਾਡੀ ਲੀਡਰਸ਼ਿਪ ਆ, ਮੈਂ ਉਹਨਾਂ ਦਾ ਸੋਲਜਰ ਆ। ਉਹ ਕਹਿਣ ਤਾਂ ਸਹੀ ਕੀ ਕਰਨਾ, ਪਰ ਉਹ ਤਾਂ ਗਦਾਰੀਆਂ ਦੇ ਸਰਟੀਫਿਕੇਟ ਵੰਡ ਦਿੰਦੇ ਆ। ਫਿਰ ਉੱਥੇ ਜਾ ਕੇ ਬੈਠੀਏ, ਫਿਰ ਦੋ ਗਰੁੱਪਾਂ 'ਚ ਲੜਾਈ ਹੋ ਜੇ, ਸਾਰਾ ਬਲੇਮ ਕਿਹਦੇ ਤੇ ਆਉਣਾ? ਦੀਪ ਸਿੱਧੂ ਨੇ ਕਰਾਤਾ ਆਹ ਮੁੜ ਕੇ। ਤੁਹਾਨੂੰ ਪਤਾ ਉਹਨਾਂ ਕੋਲੇ ਨੈਰੇਟਿਵ ਬਿਲਡ ਕਰਨ ਦਾ ਸਾਰਾ ਕੁਝ, ਤੰਤਰ ਜੰਤਰ ਸਭ ਕੁਝ ਮੌਜੂਦ ਆ। ਦੀਪ ਸਿੱਧੂ ਤੇ ਤਾਂ ਕੱਲੀ ਆਵਾਜ਼ ਆ। ਹੁਣ ਦੀਪ ਸਿੱਧੂ ਦੇ ਫੇਸਬੁੱਕ ਤੋਂ ਵੀ ਸੌਖੇ ਸ਼ਬਦਾਂ 'ਚ ਕਲੈਰਿਟੀ ਦੇ ਦਿਓ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਸਿਸਟਮ 'ਚੋਂ ਹੋ ਕੇ ਨਿਕਲਣਾ ਪੈਣਾ, ਵੱਧ ਅਧਿਕਾਰਾਂ ਦੀ ਤੁਸੀਂ ਸਪਸ਼ਟ ਗੱਲ ਕਰ ਰਹੇ ਹੋ, ਤਾਂ ਕੀ ਨਵੀਂ ਪਾਰਟੀ ਬਣਾਉਂਗੇ ਜਾਂ ਐਗਜ਼ਿਸਟਿੰਗ ਪਾਰਟੀ 'ਚ ਕੁਝ ਚੰਗੇ ਬੰਦੇ ਆਉਣਗੇ, ਜਾਂ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਨਵਾਂ ਕੁਝ ਸਿਰਜਣਾ ਪੈਣਾ? ਨਹੀਂ, ਜਮਾਂ ਨਵਾਂ ਸਿਰਜਣਾ ਪੈਣਾ। ਕਿਸੇ ਐਗਜ਼ਿਸਟਿੰਗ ਪਾਰਟੀ ਕੋਲੇ ਕੋਈ ਹੱਲ ਨਹੀਂ ਆ ਸਾਡਾ। ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਕਿ ਪੰਜਾਬ ਦੀ ਰੀਜਨਲ ਪਾਰਟੀ ਪੰਜਾਬ ਦਾ ਹੱਲ ਦੇ ਸਕਦੀ ਹੈ। ਬਿਲਕੁਲ, ਖੇਤਰੀ ਪਾਰਟੀ ਸਿਰਜਣੀ ਪੈਣੀ ਆ। ਅਕਾਲੀ ਦਲ ਖੇਤਰੀ ਪਾਰਟੀ ਹੈ। ਅਕਾਲੀ ਦਲ ਕਿੱਥੇ ਤੁਰੇ ਫਿਰਦੇ ਆ? ਸ਼ੁਰੂ ਕਿੱਥੋਂ ਹੋਏ ਸੀ, ਤੁਰੇ ਕਿੱਥੇ ਫਿਰਦੇ ਆ? ਵੱਧ ਅਧਿਕਾਰਾਂ ਦਾ ਨੈਰੇਟਿਵ ਕਿੱਥੇ ਆ ਉਹਨਾਂ ਦਾ? ਕੌਣ ਉਹਨਾਂ ਦਾ ਲੀਡਰ ਵੱਧ ਅਧਿਕਾਰਾਂ ਦੀ ਗੱਲ ਕਰਦਾ? ਸੋ ਮੈਂ ਗੱਲ ਜਿਹੜੀ ਕਰ ਰਿਹਾ ਨਾ, ਪੰਜਾਬ ਦੀ ਨਵੀਂ ਸਿਆਸਤ ਘੜਨੀ ਪੈਣੀ ਆ ਬਾਈ ਜੀ, ਤੇ ਇਹਦੇ ਲਈ ਨਵੇਂ ਚਿਹਰੇ ਅੱਗੇ ਲੈ ਕੇ ਆਉਣੇ ਪੈਣੇ ਆ। ਮੈਂ ਤੁਹਾਨੂੰ ਹੁਣੇ ਗੱਲ ਕਹੀ, ਸਾਨੂੰ ਆਪਦੇ ਆਪ ਨੂੰ ਡਿਟੈਚ ਕਰਨਾ ਪੈਣਾ ਪੁਰਾਣੀ ਲੀਡਰਸ਼ਿਪ ਤੋਂ। ਲੋਕ ਯਕੀਨ ਕਰਨਗੇ? ਲੋਕਾਂ ਕੋਲੇ ਚੋਇਸ ਕੀ ਆ? ਲੋਕਾਂ ਨੇ ਬਾਕੀਆਂ ਤੇ ਤਾਂ ਯਕੀਨ ਕਰਕੇ ਦੇਖ ਲਿਆ ਨਾ। ਲੋਕਾਂ ਨੇ ਆਮ ਆਦਮੀ ਤੇ ਵੀ ਦੇਖ ਲਿਆ, ਲੋਕਾਂ ਨੇ ਪੁਰਾਣੀ ਜਿਹੜੀਆਂ ਦੋ ਪਾਰਟੀਆਂ ਰਵਾਇਤੀ ਸਾਡੀਆਂ ਸੀ ਉਹਨਾਂ ਤੇ ਵੀ ਦੇਖ ਲਿਆ, ਲੋਕਾਂ ਨੇ ਸੈਂਟਰ ਵਾਲੀ ਤੇ ਵੀ ਯਕੀਨ ਕਰਕੇ ਦੇਖ ਲਿਆ। ਕਿਸੇ ਨੇ ਕੁਝ ਦਿੱਤਾ? ਸੋ ਚੋਇਸ ਕੀ ਆ ਤੁਹਾਡੇ ਕੋਲੇ? ਸੋ ਲੋਕਾਂ ਨੇ ਅੰਦੋਲਨ 'ਚ ਵੀ ਤਾਂ ਚਿਹਰੇ ਦੇਖ ਲਏ ਨਾ ਬਾਈ ਜੀ। ਨਹੀਂ, ਅੰਦੋਲਨ 'ਚ ਚਿਹਰੇ ਲੋਕਾਂ ਨੇ ਦੇਖੇ ਖੜੇ ਆ ਨਾ ਅੱਜ ਵੀ। ਤੁਸੀਂ ਉਹ ਅੰਦੋਲਨ 'ਚ ਜਿਹੜੇ ਚਿਹਰੇ ਦੇਖੇ ਆ, ਨਹੀਂ ਜਿਹੜੇ ਸਾਰੇ ਹੁਣ ਤੁਹਾਡੀ ਐਗਜ਼ਾਮਪਲ ਲੈ ਲਈਏ, ਦੁਨੀਆ ਵਿਰੋਧ 'ਚ ਵੀ ਤਾਂ ਹੈ ਨਾ। ਨਹੀਂ, ਗੱਲ ਵਿਰੋਧ ਤੇ ਪੱਖ ਦੀ ਤਾਂ ਹੈ ਹੀ ਨਹੀਂ ਨਾ, ਖੜੇ ਤਾਂ ਹੈ ਨਾ। ਗੱਲ ਵਿਰੋਧ ਪੱਖ ਨੂੰ ਨਾ ਤੁਸੀਂ ਪਰਖੋ। ਅੱਜ ਅਸੀਂ ਅੰਦੋਲਨ ਤੋਂ ਪਾਸੇ ਹੋਏ ਆ ਕਿ ਕਿਸੇ ਨੇ ਆਪਦੀਆਂ ਜ਼ਮੀਨਾਂ ਜਾਇਦਾਦਾਂ ਬਣਾ ਲਈਆਂ, ਕਿ ਅਸੀਂ ਵੱਡੇ ਅਹੁਦੇ ਲੈ ਕੇ ਜਾਂ ਕਿਸੇ ਪਾਰਟੀ ਨੂੰ ਜੁਆਇਨ ਕਰਕੇ ਖੜੇ ਆ ਨਾ ਸਾਲ ਤੇ। ਪਰ ਕੀ ਪੂਰਾ ਪੰਜਾਬ ਇਸ ਗੱਲ ਨੂੰ ਸਮਝਦਾ? ਤੁਹਾਨੂੰ ਲੱਗਦਾ ਉਹ ਇਸ ਦੇ ਨਾਲ ਚੱਲਣਗੇ ਕਿ ਸਾਡੀ ਲੜਾਈ ਵੱਧ ਅਧਿਕਾਰਾਂ ਦੀ ਹੈ, ਇਕੱਲੇ ਅਸੀਂ ਕਾਨੂੰਨ ਨਹੀਂ ਰੱਦ ਕਰਾਉਣੇ? ਪਿੰਡ ਦਾ ਇੱਕ ਬੰਦਾ ਸਮਝਦਾ। ਤੁਸੀਂ ਇਸ ਨੈਰੇਟਿਵ ਨੂੰ ਲੈ ਕੇ ਜਾਓ। ਇਸੇ ਗੱਲ ਦੀ ਤਾਂ ਮੈਂ ਤੁਹਾਨੂੰ, ਆਪਾਂ ਸ਼ੰਭੂ ਮੋਰਚੇ ਦੀ ਤੁਸੀਂ ਹੁਣੇ ਗੱਲ ਕਰ ਰਹੇ ਸੀ, ਕੀ ਦੇਣਾ? ਦੀਪ ਸਿੱਧੂ ਦੀ ਦੇਣ ਨਹੀਂ ਆ। ਸ਼ੰਭੂ ਮੋਰਚਾ ਕੱਲਾ ਦੀਪ ਸਿੱਧੂ ਨਹੀਂ ਚਲਾਉਂਦਾ ਸੀ, ਬੜੀਆਂ ਉੱਥੇ ਸ਼ਖਸੀਅਤਾਂ ਆਈਆਂ ਹਨਾ। ਦੇਣ ਕੀ ਆ? ਕਿਸੇ ਜਗ੍ਹਾ ਦੀ, ਕਿਸੇ ਲਹਿਰ 'ਚ, ਕਿਸੇ ਮੋਰਚੇ ਦੀ ਕੀ ਦੇਣ ਹੁੰਦੀ ਆ? ਦੇਣ ਇਹੀ ਹੁੰਦੀ ਆ ਵੀ ਸਾਡੀ ਲੜਾਈ ਇਕੱਲੇ ਕਾਨੂੰਨਾਂ ਤੱਕ ਸੀਮਤ ਨਹੀਂ ਆ, ਲੜਾਈ ਇਦੋਂ ਵੱਡੀ ਆ ਹਨਾ। ਤੇ ਇਹ ਗੱਲ ਉਹਨਾਂ ਬੰਦਿਆਂ ਦੇ ਸਮਝ ਨਹੀਂ ਆਉਣੀ ਜਿਨ੍ਹਾਂ ਨੇ ਗੁਲਾਮੀ ਨੂੰ ਇੰਟਰਨਲਾਈਜ਼ ਕਰ ਰੱਖਿਆ ਪਿਛਲੇ 150 ਸਾਲਾਂ ਤੋਂ। ਜਿਨ੍ਹਾਂ ਦੇ ਇੰਟਰਨਲਾਈਜ਼ ਹੋ ਗਈ ਨਾ, ਜਿਹੜੇ ਸਿਰਫ ਵਪਾਰ ਤੱਕ ਸੀਮਤ ਆ ਤੇ ਵਪਾਰਕ ਤੌਰ ਤੇ ਹੀ ਦੇਖਦੇ ਆ ਵੀ ਨਫਾ ਨੁਕਸਾਨ ਕੀ ਹੁੰਦਾ, ਜਾਂ ਉਹ ਇਹ ਦੇਖਦੇ ਆ ਵੀ ਖੱਟਿਆ ਕੀ ਜਾਂਦਾ ਹੁੰਦਾ। ਕੌਮਾਂ ਆਪਦੇ ਦਬਦਬੇ ਲਈ ਲੜਦੀਆਂ ਹੁੰਦੀਆਂ। ਖੱਟਿਆ ਕੀ ਜਾਂਦਾ ਹੁੰਦਾ ਲਹਿਰਾਂ 'ਚ? ਕੋਈ ਇਹ ਥੋੜੀ ਆ ਵੀ ਰੋਟੀ ਪਾਣੀ ਦਾ ਵਪਾਰ ਕਰਨ ਗਏ ਆ ਉੱਥੇ। ਖੱਟਿਆ ਕੀ ਜਾਂਦਾ ਹੁੰਦਾ? ਹੋਰ ਮੈਨੂੰ ਇਹ ਦੱਸੋ। ਕੌਮਾਂ ਆਪਦੇ ਹੋਂਦ ਨੂੰ ਬਚਾਉਣ ਵਾਸਤੇ ਲੜਦੀਆਂ ਹੁੰਦੀਆਂ। ਅਸੀਂ ਇਹ ਕਹਿ ਦਈਏ ਵੀ ਪੰਜਾਬੀ ਭੁੱਲ ਜਾਾਂਗੇ ਬੋਲਣੀ, ਅਸੀਂ ਇਹ ਕਹਿ ਦਈਏ ਵੀ ਸਾਡੇ ਪਿੰਡਾਂ 'ਚੋਂ ਸਾਡੇ ਪਿੰਡ ਖੁਰ ਜਾਣ, ਉਹ ਸਾਰਾ ਪ੍ਰਵਾਸ ਹੀ ਹੋ ਜੇ ਇੱਥੋਂ, ਕਿ ਅਸੀਂ ਨਸ਼ਿਆਂ ਤੇ ਲੱਗ ਜਾਈਏ, ਕਿ ਪਹਿਲਾਂ ਕੁਲਬੀਰ ਬਾਈ ਨਰੂਆਣੇ ਵਾਲਾ ਮਾਰਤਾ, ਹੁਣ ਵਿੱਕੀ ਮੇਡੂ ਖੇੜਾ ਮਾਰਤਾ, ਇਹ ਰਹਿ ਗਿਆ ਸਾਡੇ ਪੱਲੇ। ਅਸੀਂ ਕਰੀਏ ਕੀ? ਮੈਨੂੰ ਇਹ ਦੱਸੋ ਕਿ ਕੋਈ ਹੱਲ ਨਾ ਲੱਭੀਏ। ਇਹਨਾਂ ਘਟਨਾਵਾਂ ਨੂੰ ਤੁਸੀਂ ਐਨਾਲਾਈਜ਼ ਕਿਵੇਂ ਕਰਦੇ? ਇਹ ਘਟਨਾਵਾਂ ਸਾਰੀਆਂ ਜੁੜੀਆਂ ਹੋਈਆਂ। ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਜਦੋਂ ਤੱਕ ਅਸੀਂ ਅਸਲ ਗੱਲ ਤੇ ਨਾ ਆਏ ਵੀ ਅਸੀਂ ਇਹ ਜਿਹੜੀ ਇੰਡੀਅਨ ਪੋਲੀਟੀਕਲ ਸਿਸਟਮ ਜਿਵੇਂ ਸਾਨੂੰ ਪੰਜਾਬ ਨੂੰ ਚਲਾ ਰਹੀ ਆ, ਜਿਵੇਂ ਇੱਕ ਕਲੋਨੀਅਲ ਵੇ 'ਚ ਸਾਨੂੰ ਟਰੀਟ ਕਰਦੇ ਆ। ਕਲੋਨੀਅਲ ਸਟੇਟਸ ਹੁੰਦੀਆਂ ਸੀ ਨਾ ਜਿਹੜੀਆਂ ਅੰਗਰੇਜ਼ਾਂ ਦੀਆਂ, ਉੱਥੋਂ ਰਿਸੋਰਸਿਸ ਲੁੱਟ ਕੇ ਲੈ ਜਾਂਦੇ ਹੁੰਦੇ ਸੀ। ਉਹ ਜਿਉਂਦੇ ਆ, ਮਰਦੇ ਆ, ਉਹਨਾਂ ਦਾ ਸੱਭਿਆਚਾਰ ਬਚਦਾ ਨਹੀਂ ਬਚਦਾ ਉਹਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਸੀ। ਸਾਨੂੰ ਇਹ ਪੋਲੀਟੀਕਲ ਸਿਸਟਮ ਇਸ ਤਰ੍ਹਾਂ ਚਲਾ ਰਿਹਾ,
ਤਾਂ ਹੀ ਤਾਂ ਮੈਂ ਤੁਹਾਨੂੰ ਇਹ ਗੱਲ ਕਹੀ ਵੀ ਇੱਥੇ ਜਿਹੜੀਆਂ ਮਾਈਨੋਰਿਟੀਜ਼ ਆ ਨਾ ਉਹਨਾਂ ਨੂੰ ਛੋਟੀ ਜੀ ਗੱਲ ਮਨਾਉਣ ਵਾਸਤੇ ਵੀ ਵੱਡੇ ਵੱਡੇ ਸੰਘਰਸ਼ ਕਰਨੇ ਪੈਂਦੇ ਆ, ਜਿੱਥੇ ਇੰਨਾ ਟਾਈਮ ਤੇ એનર્ਜੀ ਲੱਗਦੀ ਆ, ਤੇ ਮੈਜੋਰਿਟੀ ਨੂੰ ਕੋਈ ਸੰਘਰਸ਼ ਦੀ ਲੋੜ ਨਹੀਂ, ਉਹ ਘਰੇ ਬੈਠੇ ਬੈਠੇ ਆਪਦਾ ਕਾਨੂੰਨ ਬਣਾ ਜਾਂਦੇ ਆ। ਇਸ ਅੰਦੋਲਨ 'ਚ ਮੈਜੋਰਿਟੀ ਵੀ ਤਾਂ ਨਾਲ ਬੈਠੀ ਹੈ ਨਾ। ਕਿਹੜੀ ਮੈਜੋਰਿਟੀ ਬੈਠੀ ਜੇ ਹੈ? ਰਾਕੇਸ਼ ਟਕੈਤ ਹੋਣੇ ਬੈਠੇ ਆ, ਜੇ ਹੋਰ ਸੂਬਿਆਂ ਦੇ ਲੋਕ ਆ ਕੇ ਬੈਠੇ, ਉਹ ਮੈਜੋਰਿਟੀ ਨਹੀਂ। ਤੁਸੀਂ ਗਾਜ਼ੀਪੁਰ ਬਾਰਡਰ ਤੇ ਜਾ ਵੜੋ, ਸਾਰੇ ਪੰਜਾਬੀ ਦਿਖਣਗੇ ਜਾਂ ਹਰਿਆਣੇ ਵਾਲੇ ਦਿਖਣਗੇ ਜਾਂ ਸਾਰੇ ਖੇਤੀਬਾੜੀ ਕਰਨ ਵਾਲੇ ਦਿਖਣਗੇ। ਮੈਜੋਰਿਟੀ ਤਾਂ ਬਾਈ ਜੀ ਇੱਥੇ ਆਪਣੇ ਕਿੰਨੇ ਸਟੇਟ ਆ ਇੰਡੀਆ 'ਚ, ਕਿੰਨੇ ਸਟੇਟ ਆ ਇਸ ਯੂਨੀਅਨ ਆਫ ਇੰਡੀਆ 'ਚ, ਮੈਨੂੰ ਦੱਸੋ। ਕੋਈ ਬੰਦੇ ਬੈਠੇ ਆ ਬਾਹਰੋਂ ਆ ਕੇ, ਕੋਈ ਗੁਜਰਾਤ ਤੋਂ ਆਇਆ, ਕੋਈ ਮਹਾਰਾਸ਼ਟਰ ਤੋਂ, 21 ਦੁੱਕੀ ਬੰਦਿਆਂ ਨੂੰ ਨਾ ਗਿਣੋ। ਐਡੇ ਵੱਡੇ ਵੱਡੇ ਉੱਥੇ ਸੰਘਰਸ਼ ਉੱਠਣਾ ਚਾਹੀਦਾ ਸੀ। ਕੋਈ ਸਾਊਥ ਚੋਂ ਆ ਕੇ ਬਹਿ ਗਿਆ ਸਾਡੇ ਨਾਲ। ਪਰ ਜਦੋਂ ਵੱਡਾ ਨੁਕਸਾਨ ਹੀ ਯੂਪੀ ਨੂੰ, ਪੰਜਾਬ ਨੂੰ, ਹਰਿਆਣੇ ਨੂੰ ਹੋ ਰਿਹਾ, ਤਾਂ ਹੀ ਉਹਨਾਂ ਨੇ ਬਹਿਣਾ ਸੀ। ਦੇਖੋ ਨਹੀਂ ਗੱਲ ਤਾਂ ਇਸ ਗੱਲ ਨੂੰ ਆਪਾਂ ਜੇ ਇੰਨਾ ਜ਼ਿਆਦਾ ਇਹਨੂੰ ਨੁਕਸਾਨ ਕੀ ਹੋ ਰਿਹਾ, ਫਿਰ ਵਪਾਰਕ ਗੱਲ ਕਰ ਰਹੇ ਹੋ ਤੁਸੀਂ। ਨੁਕਸਾਨ ਕੀ ਹੋ ਰਿਹਾ? MSP ਦਾ, ਹੋਰ ਤਾਂ ਕੋਈ ਨੁਕਸਾਨ ਨਹੀਂ ਨਾ। ਸੋ ਵਪਾਰ ਤੇ ਐਂਡ 'ਚ ਆ ਕੇ ਗੱਲ ਕਿੱਥੇ ਸੀਮਤ ਹੋ ਜਾਂਦੀ ਹੈ? ਵਪਾਰ ਤੇ ਨਹੀਂ। ਪੋਲੀਟੀਕਲ ਸਿਸਟਮ ਜਦੋਂ ਤੱਕ ਤੁਸੀਂ ਨਹੀਂ ਬਦਲੋਗੇ, ਸੈਂਟਰਲਾਈਜ਼ ਪਾਲਿਸੀਜ਼ ਬਣਨੀਆਂ ਬੰਦ ਨਹੀਂ ਹੋਣਗੀਆਂ, ਤੁਸੀਂ ਆ ਵਪਾਰਕ ਨੁਕਸਾਨਾਂ ਤੇ ਜੇ ਇਹਦੇ ਤੇ ਗਿਣਤੀਆਂ ਮਿੰਤੀਆਂ ਕਰਨ ਲੱਗ ਜਾਓਗੇ ਵੀ ਅਸੀਂ ਕਿੱਥੇ ਖੜੇ ਆ, ਕਿੱਥੇ ਨਹੀਂ ਖੜੇ, ਤਾਂ ਫਿਰ ਸਾਡੇ ਪੱਲੇ ਕੁਝ ਨਹੀਂ ਪੈਣਾ। ਪਰ ਛੋਟੇ ਛੋਟੇ ਟਾਰਗੇਟਸ ਵੀ ਹੁੰਦੇ ਆ, ਇਹਨੂੰ ਇੱਕ ਛੋਟਾ ਟਾਰਗੇਟ ਮੰਨ ਕੇ ਚਲੋ, ਤੁਸੀਂ ਉਹਨੂੰ ਵੱਡੇ 'ਚ ਲੈ ਲਓ। ਨਹੀਂ ਬਾਈ ਜੀ, ਛੋਟਾ ਅੱਜ ਹੀ ਟਾਰਗੇਟ ਤੁਹਾਡੇ ਵਾਸਤੇ ਤੁਸੀਂ ਚਾਹੁੰਦੇ ਹੋ ਕਿ ਅੱਜ ਹੀ ਫੈਡਰਲ ਸਟਰਕਚਰ ਜਿਹੜਾ ਤੁਹਾਨੂੰ ਅਧਿਕਾਰ ਮਿਲ ਜਾਣ, ਅੱਜ ਹੀ ਤਖਤਾ ਪਲਟ ਜੇ? ਹੁੰਦਾ ਹੀ ਨਹੀਂ ਆ ਕਦੇ। ਅੱਜ ਕੋਈ ਨਹੀਂ ਕਹਿੰਦਾ ਵੀ ਤਖਤਾ ਪਲਟੇ ਜਾਂ ਅੱਜ ਅਧਿਕਾਰ ਮਿਲ ਜਾਣ। ਹੁੰਦਾ ਕੀ ਆ, ਇਸ ਗੱਲ ਨੂੰ ਸਮਝੀਏ। ਇੱਕ ਇਸ਼ੂ ਤਾਂ ਰੈਕਗਨਾਈਜ਼ ਕੀਤਾ ਜਾਂਦਾ, ਅੱਜ ਤੱਕ ਉਹ ਇਸ਼ੂ ਹੀ ਨਹੀਂ ਰੈਕਗਨਾਈਜ਼ ਹੋਇਆ। ਅਸੀਂ ਖੜੇ ਫੇਰ ਉੱਥੇ ਹੀ ਆ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, 10 ਦਸੰਬਰ ਨੂੰ ਤੁਹਾਡੇ ਨਾਲ ਵੀ ਮੈਂ ਇੱਕ ਇੰਟਰਵਿਊ ਕੀਤੀ ਸੀ, ਜਿਹਦੇ 'ਚ ਮੈਂ ਇਹ ਗੱਲ ਕਹੀ ਸੀ ਵੀ ਸਾਨੂੰ ਆਪਦੀ ਜਿੱਤ ਨੂੰ ਰੀਡਿਫਾਈਨ ਕਰਨਾ ਚਾਹੀਦਾ। ਸਰਕਾਰਾਂ ਨੇ ਕਦੇ ਵੀ ਤੁਹਾਨੂੰ ਪਲੈਟਰ ਦੇ ਉੱਤੇ ਵਿਕਟਰੀ ਨਹੀਂ ਦੇਣੀ ਹੁੰਦੀ, ਤੁਹਾਨੂੰ ਆਪਦੀ ਵਿਕਟਰੀ ਆਪ ਕ੍ਰੀਏਟ ਕਰਨੀ ਪੈਂਦੀ ਹੁੰਦੀ ਆ। ਅੱਜ ਉਸ ਟਾਈਮ ਤੁਹਾਡੇ ਯਾਦ ਆ, ਸਰਕਾਰ ਕਹਿੰਦੀ ਸੀ ਜੋ ਚਾਹੀਦਾ ਲਿਖ ਲਓ ਇਹਦੇ 'ਚ। ਉਸ ਟਾਈਮ ਸਾਡੇ ਕੋਲੇ ਹਾਲਾਤ ਉਹ ਸੀ ਵੀ ਅਸੀਂ ਕੁਝ ਵੀ ਮਨਾ ਸਕਦੇ ਸੀ ਉਹਨਾਂ ਤੋਂ। ਉਹ ਕਹਿੰਦੇ ਸੀ ਬਸ ਰੱਦ ਨਾ ਕਰੋ ਤੇ ਬਾਕੀ ਜੋ ਲਿਖਣਾ ਇਹਦੇ 'ਚ ਲਿਖ ਲਓ। ਤੇ ਉਹ ਸਾਡੀ, ਅਸੀਂ ਜੇ ਆਪਦੀ ਵਿਕਟਰੀ ਕ੍ਰੀਏਟ ਕਰਨੀ ਸਾਨੂੰ ਆਉਂਦੀ ਹੁੰਦੀ, ਅਸੀਂ ਢੋਲ ਵਜਾਉਂਦੇ, ਭੰਗੜੇ ਪਾਉਂਦੇ ਆਉਂਦੇ, ਅਗਲੀ ਵਾਰ ਨੂੰ ਕੋਈ ਸੰਘਰਸ਼ ਖੜਾ ਹੁੰਦਾ, ਸਾਰੇ ਪੰਜਾਬ ਨੇ ਕੀ ਇਹ ਸਾਰੇ ਖਿੱਤੇ ਨੇ ਸਾਡੇ ਨਾਲ ਜੁੜ ਜਾਣਾ ਸੀ। ਇਹ ਤੁਸੀਂ ਮਹਿਸੂਸ ਕਰਦੇ ਹੋ ਨਾ, ਜ਼ਰੂਰੀ ਤਾਂ ਨਹੀਂ ਆਗੂ ਤੁਹਾਡੇ ਨਾਲ ਸਹਿਮਤ ਹੁੰਦੇ ਇਸ ਗੱਲ ਨਹੀਂ, ਐਬਸੋਲੂਟਲੀ ਉਹ ਸਹਿਮਤ ਨਹੀਂ ਸੀ। ਤੁਸੀਂ ਗੱਲ ਹੁਣ ਵੀ ਦੇਖ ਲਿਓ, ਜਦੋਂ ਕੋਈ ਵੀ ਬਾਈ ਕੋਈ ਜੰਗ ਵੀ ਹੁੰਦੀ ਆ ਨਾ, ਜਦੋਂ ਦੋ ਧਿਰਾਂ ਲੜਦੀਆਂ, ਅੱਜ ਮੈਂ ਟੋਕ ਰਿਹਾ, ਅੱਜ ਸਟੈਂਡ ਕਰਦੇ ਹੋ ਇਸ ਗੱਲ ਦੇ ਉੱਤੇ? ਮੈਂ ਬਿਲਕੁਲ ਸਟੈਂਡ ਕਰਦਾ। ਡਿਫਾਈਨ ਕਰਨੀ ਚਾਹੀਦੀ, ਹੁਣ ਵੀ ਕਰਨੀ ਚਾਹੀਦੀ, ਹੁਣ ਵੀ ਸਟੈਂਡ ਕਰਦਾ ਮੈਂ ਇਸ ਗੱਲ ਤੇ। ਕੋਈ ਵੀ, ਚਾਹੇ ਕੋਈ ਜੰਗ ਆ, ਚਾਹੇ ਕੋਈ ਸੰਘਰਸ਼ ਆ, ਉਹਨੇ ਆ ਕੇ ਕਲਮੀਨੇਟ ਕਿੱਥੇ ਹੋਣਾ? ਪਹਿਲੇ ਦਿਨਾਂ ਤੋਂ ਮੈਂ ਇਹ ਗੱਲ ਕਰ ਰਿਹਾ, ਕਲਮੀਨੇਟ ਆ ਕੇ ਉਹਨੇ ਟੇਬਲ ਤੇ ਹੋਣਾ। ਇਹਦਾ ਮਤਲਬ ਡਿਪਲੋਮੈਟਿਕ ਟਾਕ 'ਚ ਰਿਜ਼ੋਲਵ ਹੋਣਾ, ਹਨਾ। ਅੱਜ ਅਸੀਂ ਮੀਟਿੰਗ ਦੀ ਗੱਲ ਆਪ ਕਰ ਰਹੇ ਹਾਂ ਨਾ, ਕਿੱਥੇ ਉਹ ਬੁਲਾਉਂਦੇ ਹੁੰਦੇ ਸੀ ਸਾਨੂੰ। ਉਹ ਹੈ ਕੀ ਮੀਟਿੰਗ ਕੀ ਹੈ? ਡਿਪਲੋਮੈਟਿਕ ਟਾਕ ਹੀ ਹੈ ਨਾ। ਜਦੋਂ ਡਿਪਲੋਮੈਟਿਕ ਟਾਕ ਦੋ ਧਿਰਾਂ 'ਚ ਹੁੰਦੀ ਆ, ਤਾਂ ਉਦੋਂ ਅਸਲ ਗੱਲ ਕੀ ਵਾਪਰਦੀ ਆ? ਕੁਛ ਦਿੰਨੇ ਆ, ਕੁਛ ਲੈਨੇ ਆ। ਇਹ ਤਾਂ ਨਹੀਂ ਕਹਿੰਦੇ ਵੀ ਨਹੀਂ ਆਹ ਲਕੀਰ ਖਿੱਚਤੀ, ਹਨਾ। ਉਹ ਲਕੀਰ ਖਿੱਚਣ ਵਾਲੀਆਂ ਵੱਖਰੀਆਂ ਸਟੇਜਸ ਆਉਂਦੀਆਂ। ਜਦੋਂ ਬਾਬਾ ਦੀਪ ਸਿੰਘ ਵਾਲੀ ਲਕੀਰ ਵੀ ਖਿੱਚਣੀ ਪੈਂਦੀ ਆ। ਇਹ ਕਹਿ ਕੇ ਸੀ ਨਾ ਕਿ ਰੱਦ ਕਰਾ ਕੇ ਆਵਾਂਗੇ, ਫਿਰ ਇਹ ਕਿਵੇਂ ਕਹਿ ਦਿੰਦੇ ਕਿ ਉੱਥੇ ਜਾ ਕੇ ਤੂੰ ਥੱਲੇ ਅਸੀਂ ਕੁਝ ਲੈ ਲਾਂਗੇ? ਤੁਰੇ ਨਹੀਂ ਸੀ, ਤੁਰੇ ਸੀ ਅਸੀਂ ਦਿੱਲੀ ਜਾਣ ਲਈ। ਤੇ ਤੁਰੇ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ, MSP ਤੋਂ ਸ਼ੁਰੂ ਹੋਇਆ ਸੀ। ਸ਼ੰਭੂ ਮੋਰਚੇ ਨੇ ਇੱਕ ਗੱਲ ਕੀਤੀ ਸੀ, ਇਹ ਸਾਡੇ ਹੋਂਦ ਦੀ ਲੜਾਈ ਆ। ਜਿੱਥੇ ਮੈਂ ਅੱਜ ਵੀ ਖੜਾ, ਸਾਡੀ ਵਾਕਈ ਹੋਂਦ ਦੀ ਲੜਾਈ ਆ। ਪਰ ਹੋਂਦ ਦੀ ਲੜਾਈ 'ਚ ਅਸੀਂ ਆਪਦੇ ਲੋਕਾਂ ਦੀ ਐਨਰਜੀ, ਉਹਨਾਂ ਦਾ ਟਾਈਮ, ਉਹਨਾਂ ਦੇ ਰਿਸੋਰਸਿਸ ਇੰਨੇ ਜ਼ਿਆਦਾ ਵੇਸਟ ਕਰਾ ਦੇਣੇ ਵੀ ਸਾਨੂੰ ਫਿਊਚਰਿਸਟਿਕ ਜਾਂ ਵਿਜ਼ਨਰੀ ਅਪਰੋਚ ਹੀ ਨਾ ਪਤਾ ਹੋਵੇ, ਹਨਾ। ਤੇ ਅਸੀਂ ਇਹੀ ਕਹੀਏ ਵੀ ਰੱਦ ਕਰਾਏ ਬਿਨਾਂ ਜਾਂ ਤਾਂ ਰੱਦ ਕਰੋ ਜਾਂ ਗੋਲੀ ਮਾਰੋ, ਉੱਥੇ ਹੀ ਖੜੇ ਰਹੀਏ। ਫਿਰ ਇਸ ਗੱਲ ਤੇ ਬਵਾਲ ਉੱਠਣਾ ਦੇਖਿਓ। ਪਰ ਮੈਂ ਫਿਰ ਵੀ ਇਹੀ ਗੱਲ ਕਹਿ ਰਿਹਾ, ਸਾਨੂੰ ਸੰਘਰਸ਼ੀ ਬੰਦਿਆਂ ਨੂੰ ਆਪਦੀ ਵਿਕਟਰੀ ਆਪ ਕ੍ਰੀਏਟ ਕਰਨੀ ਪੈਂਦੀ ਹੁੰਦੀ ਆ। ਕੋਈ ਵੀ ਉਹਨਾਂ ਨੂੰ ਪਲੇਟਰ ਤੇ ਰੱਖ ਕੇ ਜਿੱਤ ਨਹੀਂ ਦਿੰਦਾ। ਉਸ ਵਿਕਟਰੀ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਜਾਣਾ ਹੁੰਦਾ ਵੀ ਆਪਾਂ ਜਿੱਤ ਗਏ ਆ। ਤੇ ਅਸੀਂ ਤਾਂ ਉਹਨਾਂ ਨੂੰ ਗੋਡੇ ਪਰਨੇ ਲੈ ਜਾਂਦਾ ਸੀ, ਧੌਣ ਤੇ ਗੋਡਾ ਰੱਖੀ ਪਏ ਸੀ ਅਸੀਂ ਮੋਦੀ ਸਰਕਾਰ ਦੇ, ਹਨਾ। ਸੋ ਜੇ ਅਸੀਂ ਆਪਦਾ ਸਟਰੈਂਥ ਦੇਖੋ, ਸਵੌਟ ਐਨਾਲਿਸਿਸ ਹੁੰਦਾ ਕੁਛ, ਜੇ ਅਸੀਂ ਉਸ ਸਟਰੈਂਥ, ਵੀਕਨੈਸਿਸ, ਓਪੋਰਚੁਨਿਟੀਜ਼ ਐਂਡ ਥ੍ਰੈਟਸ ਨੂੰ ਨਹੀਂ ਸਮਝਦੇ, ਤਾਂ ਕਿਤੇ ਨਾ ਕਿਤੇ ਇਹ ਸਾਡੇ ਜਿਹੜਾ ਵਿਜ਼ਨਰੀ ਅਪਰੋਚ 'ਚ ਪ੍ਰੋਬਲਮ ਆ ਜਾਂਦੀ ਆ। ਸਾਨੂੰ ਅੱਗੇ ਜਿਹੜਾ ਫਿਊਚਰ ਨੂੰ ਦੇਖ ਕੇ ਚੱਲਣਾ, ਉਹਦੇ 'ਚ ਬਹੁਤ ਵੱਡੀ ਪ੍ਰੋਬਲਮ, ਇੱਕ ਰੋੜਾ ਬਣ ਕੇ ਖੜੀ ਹੋ ਜਾਂਦੀ ਹੈ ਇਹ ਗੱਲ।
ਅੱਜ ਅਸੀਂ ਜਿੱਥੇ ਬੈਠੇ ਆ ਨਾ, ਕਿਤੇ ਨਾ ਕਿਤੇ ਸਾਡਾ ਇੱਕ ਕਲੈਕਟਿਵ ਫੇਲਿਅਰ ਸਾਨੂੰ ਲੈਣਾ ਪਊਗਾ, ਕਲੈਕਟਿਵ ਰਿਸਪੌਂਸਿਬਿਲਟੀ ਲੈਣੀ ਪਊਗੀ। ਜੇ ਅਸੀਂ ਇਹ ਨਹੀਂ ਮੰਨਦੇ ਤੇ ਏਕੇ 'ਚ ਰਹਿ ਕੇ, ਮੈਂ ਫੇਰ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ, ਪੋਲੀਟੀਕਲ ਸਪੇਸ ਹੋਵੇ, ਨਵੀਂ ਲੀਡਰਸ਼ਿਪ ਜਾਂ ਨਵੀਂ ਸਿਆਸਤ ਸਿਰਜਣ ਦੀ, ਕਿਸਾਨੀ ਸੰਘਰਸ਼ ਹੋਵੇ, ਅੱਜ ਵੀ ਏਕੇ 'ਚ ਰਹਿ ਕੇ ਲੜ ਲਓ। ਪੁਰਾਣੀਆਂ ਗੱਲਾਂ ਤੇ ਆ ਜਿਵੇਂ ਮਿੱਟੀ ਪਾਉਂਦੇ ਕਹਿੰਦੇ ਆ ਨਾ, ਆਪਾਂ ਮਿੱਟੀ ਪਾਓ। ਕਿਸੇ ਦਾ ਸਮਰਥਨ ਕਰੋਗੇ ਕਿ ਆਪਦੀ ਪਾਰਟੀ ਬਣਾਓਗੇ ਕਿ ਕੋਈ ਅੱਡ ਧੜਾ ਬਣਾਓਗੇ, ਕੀ ਕਰੋਗੇ? ਸਮਰਥਨ ਉਹਦਾ ਕਰਾਂਗੇ ਜਿਹੜਾ ਪੰਜਾਬ ਪ੍ਰਸਤ ਗੱਲ ਕਰੂਗਾ, ਵੱਧ ਅਧਿਕਾਰਾਂ ਦੀ, ਵੱਧ ਅਧਿਕਾਰਾਂ ਦੀ ਗੱਲ ਕਰੂਗਾ, ਚਾਹੇ ਕੋਈ ਪੋਲੀਟੀਕਲ ਪਾਰਟੀ ਹੋਵੇ, ਚਾਹੇ ਕੋਈ ਇਕੱਲਾ ਬੰਦਾ ਹੋਵੇ। ਸਮਰਥਨ ਉਹਦਾ ਕਰਾਂਗੇ ਜਿਹੜਾ ਇਸ ਧਰਤੀ ਤੋਂ, ਇਸ ਧਰਤੀ ਦੀ ਮਿੱਟੀ ਦੀ ਤੇ ਇੱਥੋਂ ਦੇ ਲੋਕਾਂ ਦੀ ਗੱਲ ਕਰਕੇ ਉਹਦੇ ਤੇ ਖੜੂਗਾ। ਯੂਨਿਟ ਬਿਜਲੀ ਫ੍ਰੀ, 3 ਰੁਪਏ ਪ੍ਰਤੀ ਯੂਨਿਟ ਬਿਜਲੀ, 300 ਯੂਨਿਟ ਬਿਜਲੀ ਫ੍ਰੀ, ਇਹਦਾ ਸਮਰਥਨ ਕਰੋਗੇ? ਬਿਲਕੁਲ ਨਹੀਂ। ਮੈਂ ਪਹਿਲਾਂ ਕੇਜਰੀਵਾਲ ਸਾਹਿਬ ਤੇ ਬਿਆਨ ਦੇ ਚੁੱਕਿਆ ਵੀ ਤੁਸੀਂ ਸਾਨੂੰ ਦਿੱਲੀ ਜਿਹੜਾ ਅਸੀਂ ਪਾਣੀ ਦਿੰਨੇ ਆ ਨਾ, ਉਹਦਾ ਮੁੱਲ ਦੇ ਦਿਓ, ਸਾਨੂੰ ਕੋਈ ਬਿਜਲੀ ਫ੍ਰੀ ਨਹੀਂ ਚਾਹੀਦੀ। ਦੂਜੀ ਗੱਲ, ਮੈਂ ਨਵਜੋਤ ਸਿੱਧੂ ਸਾਹਿਬ ਨੂੰ ਵੀ ਇਹ ਗੱਲ ਕਹਿਣਾ, ਉਹਨਾਂ ਨੇ ਵੀ ਕਿਹਾ 400 ਯੂਨਿਟ ਫ੍ਰੀ ਆ, ਤੇ ਅੱਜ ਕਰ ਦਿਓ। ਅੱਜ ਤਾਂ ਤੁਹਾਡੀ ਸਰਕਾਰ, ਅੱਜ ਤੁਹਾਨੂੰ ਕੌਣ ਰੋਕਦਾ? 3 ਰੁਪਏ ਪ੍ਰਤੀ ਯੂਨਿਟ ਉਹਨਾਂ ਨੇ ਕਿਹਾ। ਹਾਂ, ਤੇ ਅੱਜ ਕਰ ਦਿਓ ਨਾ। ਆ 6 ਮਹੀਨਿਆਂ ਦੀ, ਸਾਲ ਦੀ ਜਿਹੜੀ ਕੋਈ ਕੰਸੈਸ਼ਨ ਆ, ਰਾਹਤ ਆ, ਇਹ ਤਾਂ ਦਿਓ ਪੰਜਾਬ ਨੂੰ। ਅੱਜ ਕਿਉਂ ਨਹੀਂ ਕਰ ਰਹੇ ਬਾਈ? ਅੱਜ ਵੀ ਤਾਂ ਉਹਨਾਂ ਦੀ ਉਹੀ ਸਰਕਾਰ ਆ ਨਾ, ਉਹ ਪ੍ਰੈਜ਼ੀਡੈਂਟ ਬਣੇ ਹੋਏ ਆ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨਾ, ਵਰਗਲਾਉਣ ਵਾਲੀਆਂ, ਮੈਨੀਪੂਲੇਟ ਕਰਨ ਵਾਲੀਆਂ। ਬੇਅਦਬੀ ਦਾ ਇਨਸਾਫ ਉਹ ਕਹਿੰਦੇ ਕਰਾਂਗੇ, ਬਿਜਲੀ ਸਸਤੀ ਕਰ ਦਿਆਂਗੇ। ਕਿਉਂ ਨਹੀਂ ਕਰ ਰਹੇ? ਅੱਜ ਕੀ ਪ੍ਰੋਬਲਮ ਆ? ਵਾਈ ਇਜ਼ ਹੀ ਨਾਟ ਟੇਕਿੰਗ ਐਨੀ ਸਟੈਪਸ ਟੁਡੇ? Why is he not going and sitting with his chief minister that takes some steps, against probably the kind of electricity, unit prices we have? ਚੰਡੀਗੜ੍ਹ 'ਚ 3 ਰੁਪਏ ਯੂਨਿਟ ਆ, ਪੰਜਾਬ 'ਚ 10 ਰੁਪਏ ਯੂਨਿਟ ਆ, ਜਾਂ ਕਿੰਨੇ ਆ ਤੁਸੀਂ ਦੱਸ ਦਿਓ ਮੈਨੂੰ ਤਾਂ ਇਹਦੇ ਆਸ-ਪਾਸ ਹੀ ਪਤਾ ਹੈ ਨਾ। ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨੂੰ 2 ਇਲੈਕਸ਼ਨ ਖੇਡ ਗਏ ਯਾਰ ਉਹਦੇ ਤੇ, ਆ ਦੂਜਾ ਇਲੈਕਸ਼ਨ ਖੇਡਣ ਨੂੰ ਤਿਆਰ ਆ ਉਹਦੇ ਤੇ। ਕੋਈ ਹੱਲ ਨਹੀਂ। ਜਾਂ ਕੌਮ ਨੂੰ ਖੁੱਲੀ ਛੁੱਟੀ ਦੇ ਦਿਓ ਵੀ ਤੁਸੀਂ ਕਰੋ ਹੱਲ, ਲੈ ਤੁਹਾਨੂੰ 2 ਦਿਨਾਂ 'ਚ ਕਿਹੜਾ ਨਾ ਕਰਕੇ ਦਿਖਾ ਦਈਏ। ਫਿਰ ਤੁਸੀਂ ਕਹਿੰਦੇ ਹੋ ਲਾਅ ਐਂਡ ਆਰਡਰ ਨਹੀਂ ਇੱਥੇ ਚੱਲਦਾ। ਸੋ ਇਹਨਾਂ ਨੇ ਇਲੈਕਸ਼ਨ ਖੇਡਣ ਵਾਸਤੇ ਹੀ ਮੁੱਦੇ ਬਣਾ ਰੱਖੇ ਆ ਯਾਰ। ਫਿਰ ਉਸ ਤੋਂ ਬਾਅਦ ਬੰਦਿਆਂ ਨੂੰ ਆਪਸ 'ਚ ਪਾੜਨਾ ਕਿਵੇਂ ਆ, ਪੋਲੀਟੀਸਾਈਜ਼ ਕਿਵੇਂ ਕਰਨਾ ਇਵੈਂਟਸ ਨੂੰ, ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਨਹੀਂ ਕਰਨੀ। ਫਿਰ ਤੁਸੀਂ ਦਲਿਤ ਚਿਹਰਾ ਦੇ ਦੋਗੇ, ਕੋਈ ਕਹਿੰਦਾ ਹਿੰਦੂ ਚਿਹਰਾ ਦੇ ਦੋਗੇ। ਯਾਰ ਆ ਪੋਲੀਟਿਕਸ ਆ ਕੋਈ? ਕਿਹੜੀ ਸਿਆਸਤ ਸਿਰਜ ਰਹੇ ਆ? ਕਿਸ ਤਰ੍ਹਾਂ ਦਾ ਸਮਾਜ ਹੁੰਦੀ ਹੈ? ਨਹੀਂ, ਕਿਸ ਤਰ੍ਹਾਂ ਦਾ ਸਮਾਜ ਸਿਰਜ ਰਹੇ ਆ? ਕਲਸੀ ਜੀ, ਪੋਲਿਟਿਕਸ ਤਾਂ ਇਹੀ ਹੈ। ਇਹ ਡਰਟੀ ਪੋਲਿਟਿਕਸ ਆ ਜਿਹਨੂੰ ਜਿਹੜੀ ਇੱਕ ਲੋਕਾਂ 'ਚ ਬਣੀ ਹੋਈ ਆ ਨਾ ਗੱਲ ਵੀ ਬਾਈ ਪੰਜਾਬ ਜਾਂ ਕਿਸੇ ਵੀ ਸਟੇਟ ਦੀ ਜਾਂ ਕੋਈ ਸਿਆਸਤ, ਇਹ ਗੰਦੇ ਲੋਕਾਂ ਦਾ ਕੰਮ ਆ ਡਰਟੀ ਪੋਲਿਟਿਕਸ ਆ। ਅਸਲ ਪੋਲਿਟਿਕਸ ਇਹ ਨਹੀਂ ਹੁੰਦੀ। ਇਹ ਸਾਫ਼ ਕਿਵੇਂ ਹੋਊਗੀ? ਸਾਫ਼ ਤਾਂ ਕਦੇ ਇੰਨੇ ਸਾਲ ਇਹ ਡਰਟੀ ਪੋਲਿਟਿਕਸ ਦੀ ਵੀ ਸਿਖਰ ਹੈ ਕਿ ਇਸ ਧਰਮ ਦੇ ਬੰਦੇ ਨੂੰ ਬਣਾਵਾਂਗੇ, ਉਸ ਧਰਮ ਦੇ ਬੰਦੇ ਨੂੰ ਬਣਾਵਾਂਗੇ। ਕੀ ਰੋਕ ਦੋਗੇ? ਜੇ ਕੋਈ ਚੰਗਾ ਬੰਦਾ ਆ ਰਿਹਾ ਹੋਵੇ ਰੋਕ ਦੋਗੇ? ਕੋਈ ਹਿੰਦੂ ਧਰਮ ਦਾ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਕੀ ਕੋਈ ਪੈਮਾਨਾ ਰੋਕਣ ਦਾ ਜਾਂ ਚੁੱਕਣ ਦਾ? ਜੇ ਨਹੀਂ ਕੋਈ ਤੁਹਾਡੇ ਕੋਲ ਚੰਗਾ ਹੋਇਆ ਤਾਂ ਕਿਸੇ ਨੂੰ ਵੀ ਦੇ ਦੋਗੇ? ਭਲਾ ਆਹ ਕੀ ਮਜ਼ਾਕ ਹੋ ਰਿਹਾ? ਇਹ ਤਾਂ ਲੋਕ ਸੋਚਣ, ਲੋਕ ਇਹਦੇ ਬਾਰੇ ਸੋਚਣ। ਆਈ ਤੇ ਲੋਕ, ਇਹ ਗੱਲ ਵੀ ਮੈਂ ਤੁਹਾਨੂੰ ਦੱਸਦਾ, ਲੋਕਾਂ ਕੋਲੇ ਕੋਈ ਚੋਇਸ ਨਹੀਂ ਹੁੰਦੀ। ਕੋਈ ਨਵਾਂ ਬੰਦਾ ਖੜਾ ਹੁੰਦਾ ਨਾ, ਉਹਨੂੰ ਬਦਨਾਮ ਕਰਕੇ ਉਹਦੀ ਕ੍ਰੈਡੀਬਿਲਿਟੀ ਲੂਜ਼ ਕਰ ਦਿੰਦੇ ਆ ਕੰਪਲੀਟਲੀ। ਯੂ ਲੂਜ਼ ਯੋਰ ਕ੍ਰੈਡੀਬਿਲਿਟੀ। ਨਵਾਂ ਕੋਈ ਧੜਾ ਖੜਾ ਹੁੰਦਾ, ਉਹਨੂੰ ਖੜਾ ਨਹੀਂ ਹੋਣ ਦਿੰਦੇ। ਰਿਸੋਰਸਿਸ ਬੜੇ ਲਿਮਿਟਡ ਆ। ਚੋਣਾਂ ਤਾਂ ਬਾਈ ਜੀ ਪੈਸੇ ਤੋਂ ਬਿਨਾਂ ਚੋਣਾਂ ਲੜਨਾ ਹੀ ਭੁੱਲ ਗਏ ਲੋਕ। ਚੋਣਾਂ ਤੇ ਪੈਸੇ ਦੀ ਜ਼ਰੂਰਤ ਹੈ, ਪਰ ਅੱਜ ਤੁਸੀਂ ਕਿਸੇ ਤੋਂ ਪੁੱਛ ਕੇ ਦੇਖ ਲਓ, ਜੇ ਬਾਈ ਜੀ ਤੁਹਾਡੇ ਜੇਬ 'ਚ 2 ਕਰੋੜ ਰੁਪਇਆ ਤਾਂ MLA ਦੀ ਚੋਣ ਤੁਸੀਂ ਲੜ ਸਕਦੇ ਹੋ, ਅਦਰਵਾਈਜ਼ ਨਹੀਂ ਲੜ ਸਕਦੇ। ਸਾਨੂੰ ਆਹ ਸਾਰੀਆਂ ਧਾਰਨਾਵਾਂ ਤੋੜਨੀਆਂ ਪੈਣੀਆਂ। ਹੁਣ ਲੋਕਾਂ ਕੋਲੇ ਕੋਈ ਚੋਇਸ ਨਹੀਂ ਆ, ਕੋਈ ਹੋਰ ਬੰਦਾ ਹੈ ਨਹੀਂ। ਉਹਨਾਂ ਨੇ ਵੋਟਾਂ ਪਾਉਣੀਆਂ, ਕਿੱਧਰ ਪਾਉਣ? ਇੱਕ ਵਾਰੀ ਉਹਨੂੰ ਬਣਾ ਦਿੰਦੇ ਆ, ਦੂਜੀ ਵਾਰੀ ਉਹਦੇ ਤੋਂ ਮੋਹ ਭੰਗ ਜਾ ਹੁੰਦਾ, ਦੂਜੇ ਪਾਸੇ ਨੂੰ ਹੋ ਜਾਂਦੇ ਆ। ਫਿਰ ਉਹਦੇ ਤੋਂ ਮੋਹ ਭੰਗ ਹੁੰਦਾ, ਫਿਰ ਦੂਜੇ ਪਾਸੇ ਨੂੰ ਹੋ ਜਾਂਦੇ ਆ। ਸੋ ਆਹ ਤਾਂ ਵਰਤਾਰੇ ਚੱਲ ਰਹੇ ਆ। ਤੁਸੀਂ ਕਹਿੰਦੇ ਲੋਕ ਸੋਚਣ, ਲੋਕ ਕਿਵੇਂ ਸੋਚਣ? ਲੋਕਾਂ ਨੇ ਇੱਕ ਪੋਪੂਲਰ ਨੈਰੇਟਿਵ ਦੇ ਨਾਲ ਜਾਣਾ ਹੁੰਦਾ, ਉਹ ਨੈਰੇਟਿਵ ਕ੍ਰੀਏਟ ਕੀਤੇ ਜਾਂਦੇ ਆ। ਫਿਰ ਆਪਾਂ ਕਹਿੰਦੇ ਆ ਨਾ ਉਹਨਾਂ ਦੀ ਮਾਨਸਿਕਤਾ ਫੜ ਲਈ। ਲੋਕਾਂ ਨੂੰ ਨਹੀਂ ਬਾਈ ਜੀ ਇੰਨੀ ਅਕਲ। ਕਿਉਂ? ਵਿਚਾਰਿਆਂ ਨੇ ਕਦੇ ਪੋਲਿਟਿਕਸ ਨੂੰ ਜਾਂ ਸਟੇਟ ਕ੍ਰਾਫਟ ਨੂੰ ਸਮਝਿਆ ਹੀ ਨਹੀਂ। ਉਹਨਾਂ ਨੂੰ ਤਾਂ ਰੋਜ਼ਮर्रा ਦੀ ਜ਼ਿੰਦਗੀ ਰੋਟੀ ਪਾਣੀ ਤੇ ਆਏ ਹੋਏ ਆ ਵੀ ਅਸੀਂ ਕਿੱਥੋਂ ਲਿਆਈਏ। ਜਦੋਂ ਅਗਲੇ ਦੇ ਰੋਟੀ ਪਾਣੀ ਦੇ ਏਡੇ ਵੱਡੇ ਮਸਲੇ ਬਣ ਜਾਣ, ਜਿਹੜਾ ਪਹਿਲੀ ਰਿਸਪੌਂਸਿਬਿਲਿਟੀ ਹੁੰਦੀ ਆ ਸਟੇਟ ਦੀ, ਉਹਦੀਆਂ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਆ, ਉਹਦੀ ਗਾਰੰਟੀ ਦੇਣੀ, ਫੂਡ, ਐਜੂਕੇਸ਼ਨ, ਸ਼ੈਲਟਰ, ਹੈ ਨਾ, ਇਹਦੀ ਗਾਰੰਟੀ ਦੇਣੀ। ਆਪਣੇ ਕੋਈ ਗਾਰੰਟੀ ਆ ਫੂਡ ਦੀ? ਬੰਦੇ ਭੁੱਖੇ ਮਰੀ ਜਾਂਦੇ ਆ।
ਰਹਿਣ ਸਹਿਣ ਦਾ ਘਰ ਬਣਾਉਣਾ ਇੱਕ ਡ੍ਰੀਮ ਆ, ਘਰ ਬਣਾਉਣਾ। ਐਜੂਕੇਸ਼ਨ ਇੱਕ ਡ੍ਰੀਮ ਆ ਵੀ ਕਿਸੇ ਨੂੰ ਐਜੂਕੇਸ਼ਨ ਮਿਲ ਜੇ, ਜਦ ਕਿ ਇਹ ਤਾਂ ਬੇਸਿਕ ਰਿਕੁਆਇਰਮੈਂਟਸ ਹੈ ਅੱਜ ਦੀ ਡੇਟ 'ਚ। ਸੋ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜ ਰਹੇ ਹਾਂ। ਅੱਛਾ, ਫਿਰ ਸਾਡੀ ਭਾਸ਼ਾ ਕੀ ਹੋ ਗਈ? ਭਾਸ਼ਾ ਸਾਡੀ ਹੋ ਗਈ ਜਿਹੜੇ ਗੱਲਾਂ ਨੂੰ ਅਸੀਂ ਸਮਝਾਉਣਾ, ਸਮਝਣਾ ਜਾਂ ਬੋਲਣਾ, ਉਹ ਸਾਰੀ ਪ੍ਰੋਪੇਗੈਂਡਾ ਲੈਂਗੁਏਜ, ਵੀ ਸਿਰਫ ਇੱਕ ਸਟੇਟਮੈਂਟ ਦੇਣੀ ਆ। ਅਸੀਂ ਐਨਾਲਾਈਜ਼ ਕਰਨਾ ਜਾਂ ਸੁਹਿਰਦਤਾ ਨਾਲ ਗੱਲਾਂ ਨੂੰ ਸਮਝਣਾ, ਸਮਝਾਉਣਾ ਭੁੱਲ ਹੀ ਚੁੱਕੇ ਹਾਂ ਬਾਈ। ਮੀਡੀਆ ਦੀ ਲੈਂਗੁਏਜ ਦੇਖੋ ਤੁਸੀਂ, ਅੱਜ ਕੋਈ ਵੀ ਤੁਸੀਂ ਮੀਡੀਆ ਹਾਊਸ ਕੱਢ ਲਓ, ਉਹਨਾਂ ਦੇ ਤੁਸੀਂ ਟੌਪਿਕ ਕੱਢ ਲਓ। ਜੇ ਅੱਜ ਮੰਨ ਲਓ ਤੁਸੀਂ ਖੜੇ ਹੋ, ਚਲੋ ਤੁਸੀਂ ਇੱਕ ਰਿਸਪੈਕਟੇਬਲ ਜਰਨਲਿਸਟ ਹੋ, ਤੁਹਾਡਾ ਬੜਾ ਪਿੱਛੇ ਕੰਮ ਪਿਆ, ਉਹ ਬੋਲਦਾ। ਅਦਰਵਾਈਜ਼ ਦੀਪ ਸਿੱਧੂ ਨੇ ਉਗਲਿਆ ਜ਼ਹਿਰ, ਉਹਦੀ ਜਿਹੜੀ ਕੋਈ ਇਹ ਟੌਪਿਕ ਜਾਣਾ ਸੀ ਨਾ, ਉਹਦਾ ਇਹ ਟਾਈਟਲ ਹੋਣਾ ਸੀ, ਹੈ ਨਾ, ਜਾਂ ਉਹਦਾ ਟਾਈਟਲ ਇਹ ਹੋਣਾ ਸੀ ਵੀ ਦੀਪ ਸਿੱਧੂ ਨੇ ਕਰਤੇ ਸਾਰੇ ਸਿੱਧੇ। ਦੱਸੋ, ਚਿੱਬ ਕੱਢੇ, ਹੈ ਨਾ, ਕੱਢੇ ਦੀਪ ਸਿੱਧੂ ਨੇ ਕੱਢੇ ਚਿੱਬ। ਸੋ ਜਿਹੜੀ ਸਾਡੀ ਪ੍ਰੋਪੇਗੈਂਡਾ ਲੈਂਗੁਏਜ ਆ, ਔਰ ਲੋਕਾਂ ਨੇ ਦੇਖਣੀ ਉਹ ਆ ਕਿਉਂਕਿ ਅਵੇਲੇਬਲ ਹੀ ਉਹ ਆ। ਸੋ ਅਸੀਂ ਐਜ਼ ਅ ਸੁਸਾਇਟੀ ਜਿਹੜਾ ਨਿਘਾਰ ਆ ਰਿਹਾ ਨਾ, ਰਿਸ਼ਤਿਆਂ ਨੂੰ ਕਿਵੇਂ, ਰਿਸ਼ਤਿਆਂ ਨੂੰ ਦੇਖ ਲਓ। ਜਿਹੜਾ ਮੁੰਡਾ ਆਪਣਾ ਦਵਾਈ ਪੀ ਕੇ ਮਰ ਗਿਆ, ਰਿਸ਼ਤਿਆਂ ਦੇ ਸੌਦੇ ਹੋਣ ਲੱਗ ਗਏ। ਕੁੜੀ ਕਿਹੜੀ ਚਾਹੀਦੀ ਹੈ ਜਿਹਦੇ ਕੋਲੇ ਕੋਈ ਉਹ IELTS ਦਾ ਕੋਈ ਬੈਂਡ, ਕੋਈ ਸਕੋਰ ਹੋਵੇ, ਸੋ ਦੈਟ ਸ਼ੀ ਕੈਨ ਗੋ ਅਬਰੋਡ। ਫਿਰ ਉਹ ਉੱਥੋਂ ਜਾ ਕੇ ਇਹਨਾਂ ਨੂੰ ਬੁਲਾਵੇ, ਫਿਰ ਉਹਦੇ 'ਚ ਪ੍ਰੋਬਲਮਸ। ਇਹ ਰਿਲੇਸ਼ਨਸ਼ਿਪਸ ਐਂ ਡਿਫਾਈਨ ਹੁੰਦੇ ਆ, ਜਾਂ ਕਦੇ ਪੰਜਾਬ 'ਚ ਐਂ ਡਿਫਾਈਨ ਹੁੰਦੇ ਸੀ ਰਿਲੇਸ਼ਨਸ਼ਿਪ। ਉਹ ਤਾਂ ਦੋ ਪਰਿਵਾਰਾਂ 'ਚ ਇੱਕ ਰਿਸ਼ਤਾ ਜੁੜਦਾ ਸੀ। ਵਿਆਹ ਇਕੱਲੇ ਮੁੰਡੇ ਕੁੜੀ 'ਚ ਨਹੀਂ ਹੁੰਦਾ ਸੀ, ਦੋ ਪਰਿਵਾਰਾਂ 'ਚ, ਦੋ ਪਿੰਡਾਂ 'ਚ ਵਿਆਹ ਹੁੰਦੇ ਸੀ ਬਾਈ। ਕਿਵੇਂ ਇੱਕ ਦੂਜੇ ਨਾਲ ਆਪਾਂ ਚਾਅ ਹੁੰਦਾ ਸੀ, ਹੈ ਨਾ, ਵੀ ਸਾਡੀ ਰਿਸ਼ਤੇਦਾਰੀ ਆ ਜੀ ਉਸ ਪਿੰਡ। ਉਹ ਚਾਅ ਕਿੱਥੇ ਰਹਿ ਗਏ? ਅਸੀਂ ਇਸ ਕੈਪੀਟਲਿਜ਼ਮ ਨੂੰ, ਸਾਡੇ ਤੇ ਤਾਂ ਸਿਰਫ ਜੇ ਇਹਨੂੰ ਆਪਾਂ ਲਾਰਜਰ ਪਿਕਚਰ 'ਚ ਦੇਖੀਏ ਤਾਂ ਇੱਕ ਦੁਨੀਆ 'ਚ ਜਿਹੜਾ ਕੈਪੀਟਲਿਜ਼ਮ ਦੀ ਲੜਾਈ ਚੱਲ ਰਹੀ ਹੈ ਨਾ, ਉਹ ਜਿੱਤ ਰਿਹਾ ਕੈਪੀਟਲਿਜ਼ਮ ਹਜੇ, ਉਹ ਸਾਰੇ ਕਿਤੇ ਜਾ ਕੇ ਜਿੱਤ ਰਿਹਾ। ਸਿਰਫ ਪੰਜਾਬ ਨੇ ਜਾ ਕੇ ਉਹਨੂੰ ਠੱਲ ਪਾਈ ਹੈ, ਜਾਂ ਕਿਸਾਨਾਂ ਨੇ ਠੱਲ ਪਾਈ ਹੈ ਉਸ ਵਰਤਾਰੇ ਨੂੰ। ਅਸੀਂ ਬਹੁਤ ਕੁਝ ਖੱਟ ਚੁੱਕੇ ਹਾਂ, ਇਹ ਗੱਲ ਨਹੀਂ ਵੀ ਅਸੀਂ ਸੰਘਰਸ਼ 'ਚੋਂ ਖੱਟਿਆ ਨਹੀਂ। ਹੁਣ ਆਏ ਤੁਸੀਂ ਸਹੀ ਗੱਲ ਤੇ। ਨਹੀਂ, ਬਿਲਕੁਲ ਖੱਟ ਚੁੱਕੇ ਹਾਂ ਬਾਈ। ਮੈਂ ਕਿੱਦਾਂ ਦਾ ਕਹੀ ਜਾਂਦਾ, 10 ਦਸੰਬਰ ਨੂੰ ਇਹ ਗੱਲ ਕਹਿਤੀ ਸੀ ਵੀ ਅਸੀਂ ਬੜਾ ਕੁਝ ਖੱਟਿਆ। ਤੁਸੀਂ ਉਹ ਇੰਟਰਵਿਊ, ਆਪਦੇ ਵਾਲੀ ਇੰਟਰਵਿਊ ਕੱਢ ਕੇ ਦੇਖ ਲਓ। ਪਰ ਵਪਾਰਕ ਤੌਰ ਤੇ ਤੁਹਾਡਾ ਖੱਟਣ ਦਾ ਨਜ਼ਰੀਆ ਹੀ ਵਪਾਰਕ ਬਣਿਆ ਖੜਾ। ਤੁਹਾਨੂੰ ਅਦਰਵਾਈਜ਼ ਐਜ਼ ਅ ਸੁਸਾਇਟੀ ਤੁਸੀਂ ਕਿਹੜੇ ਬੈਰੀਕੇਡਸ ਤੋੜੇ ਆ? ਉਹ ਇਕੱਲੇ ਬੈਰੀਕੇਡਸ ਪੱਤੇ ਵਾਂਗੂ ਨਹੀਂ ਟੁੱਟੇ, ਜਿਹੜੇ ਬਣਾਏ ਸੀ ਨਾ ਇਹਨਾਂ ਨੇ 20 ਫੁੱਟ ਦੇ ਟੋਏ, 25 ਫੁੱਟ ਦੇ ਟੋਏ, ਤੇ ਜਿੰਨੇ ਪੱਥਰ ਪੁੱਥਰ ਉੱਥੇ ਰੱਖ ਕੇ ਤੇ ਕੀ ਕੁਛ ਰੱਖਿਆ ਸੀ, ਕਿਵੇਂ ਪੱਤਿਆਂ ਵਾਂਗੂ ਖਿਲ ਰਹੇ ਆ ਉਹ। ਜਦੋਂ ਬੈਂਕਾਂ ਵਾਲੇ ਕਿਸ਼ਤ ਘਰੇ ਲੈਣ ਆਉਂਦੇ ਨਾ ਟਰੈਕਟਰ ਦੀ, ਤਾਂ ਅਗਲੇ ਦਿਨ ਫਾਹਾ ਲੈ ਲੈਂਦਾ ਜੱਟ। ਤਾਂ ਵਪਾਰਕ ਸੋਚਣਾ ਪੈਂਦਾ ਦੀਪ ਸਿੱਧੂ ਬਾਈ ਜੀ। ਇੱਥੇ ਹੀ ਤਾਂ ਗੱਲ ਮੈਂ ਕਹਿ ਰਿਹਾ, ਸਾਡੇ ਪਿੰਡਾਂ 'ਚ ਸਾਨੂੰ ਕੋਠੀਆਂ ਬਣਾਉਣ ਦੀ ਕੀ ਜ਼ਰੂਰਤ ਸੀ? ਅਸੀਂ ਕਿਵੇਂ ਘਰਾਂ 'ਚ ਰਹਿੰਦੇ ਸੀ, ਕਿਹੋ ਜਿਹੇ ਘਰ ਬਣਦੇ ਸੀ। ਬੈਠ ਕੇ ਇੱਕ ਹੁੰਦੀ ਸੀ, ਆਏ ਗਏ ਨੂੰ ਬੈਠਕ 'ਚ ਰੱਖ ਲੈਣਾ, ਅਦਰਵਾਈਜ਼ ਪਿੱਛੇ ਸਭਾਤਾਂ ਹੀ 'ਚ ਰਹੀ ਜਾਂਦੇ ਹੁੰਦੇ ਸੀ। ਉਹ ਵੀ ਤਾਂ ਰਹਿੰਦੇ ਹੀ ਸੀ ਨਾ। ਜਦੋਂ ਆਪਦੇ ਤੁਸੀਂ ਮਤਲਬ ਆਪਦੇ ਗਲਾਂ 'ਚ ਫਾਹਾ ਆਪ ਲੈਂਦੇ ਹੋ ਤੁਸੀਂ। ਜਿਹੋ ਜਿਹੇ ਸਾਡੇ ਕੋਲੇ ਸੰਦ ਦੇ ਤੇ ਖੇਤੀ ਦੇ, ਜੋ ਅਸੀਂ ਕੁਝ ਕਰ ਰਹੇ ਹਾਂ, ਜੋ ਕੈਪੀਟਲਿਜ਼ਮ ਦਾ ਇੱਕ ਨਵਾਂ ਰੂਪ ਆ। ਪਿੰਡਾਂ 'ਚ ਉਹ ਕਿਹੜੀ ਚੀਜ਼ ਆ ਜਿਹੜੀ ਸ਼ਹਿਰਾਂ 'ਚ, ਪਹਿਲਾਂ ਸ਼ਹਿਰ ਤੇ ਪਿੰਡ ਦਾ ਅੰਤਰ ਹੀ ਕਿੱਡਾ ਵੱਡਾ ਹੁੰਦਾ ਸੀ। ਸੋ ਅਸੀਂ ਆਪਦੇ ਖਰਚੇ ਜਿਹੜੇ ਵਧਾਏ ਆ, ਸਾਨੂੰ ਦਿੱਤੇ ਗਏ ਆ। ਇਹ ਕੀ ਲੋੜ ਆ ਤੁਹਾਨੂੰ ਮੌਲਾਂ 'ਚ ਜਾ ਕੇ ਸ਼ਾਪਿੰਗ ਕਰਨ ਦੀ? ਸਾਡੇ ਪਿੰਡ ਪਹਿਲਾਂ ਕੁੜਤੇ ਪਜਾਮੇ ਜਾਂ ਤਾਂ ਪਾ ਕੇ ਬਹਿ ਜਾਂਦੇ ਹੁੰਦੇ ਸੀ, ਜਾਂ ਉਹੀ ਪੈਂਟ ਸ਼ਰਟ ਸਿਲ ਦਿੰਦਾ ਹੁੰਦਾ ਸੀ। ਅੱਜ ਵੀ ਤਾਂ ਉਹ ਜ਼ਿੰਦਗੀ ਜਿਉਂ ਹੀ ਜਾ ਸਕਦੀ ਹੈ ਨਾ, ਪਰ ਅਸੀਂ ਉਹ ਜ਼ਿੰਦਗੀ ਨੂੰ, ਸਾਨੂੰ ਸਮਝ ਹੀ ਹੈ ਨਹੀਂ ਵੀ ਉਹ ਜਿਹੜੀ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ, ਅਸੀਂ ਉਹ ਜ਼ਰੂਰਤ ਪੈਦਾ ਕਰਕੇ ਬਹਿ ਜਾਂਦੇ ਹਾਂ ਬਾਈ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਦਲਜੀਤ ਕਲਸੀ, ਦੀਪ ਸਿੱਧੂ, ਡਬਲ ਡੀ ਜਿਵੇਂ ਮੈਂ ਕਿਹਾ ਸੀਗਾ। ਔਰ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਦੀ ਪੋਲੀਟੀਕਲ ਤਸਵੀਰ ਨੂੰ ਸਮਝਣਾ, ਕਿ ਆਖਰ ਜੋ ਇੰਨੇ ਸਾਲਾਂ ਤੋਂ ਦਿੱਤਾ ਜਾ ਰਿਹਾ, ਦੱਸਿਆ ਜਾ ਰਿਹਾ, ਔਰ ਫਿਰ ਜਿਹੜੇ ਪੋਪੂਲਿਸਟ ਵਾਅਦੇ ਕੀਤੇ ਜਾਂਦੇ ਆ, ਅਸੀਂ ਦੁਬਾਰਾ ਉਸ ਟਰੈਪ 'ਚ ਫਾਲ ਹੁੰਦੇ ਆ ਕਿ ਨਵਾਂ ਪੰਜਾਬ ਸਿਰਜਣ ਲਈ ਕੁਝ ਵੱਖਰਾ ਕਰਦੇ ਹਾਂ। ਔਰ ਕਿਸਾਨ ਜਿਹੜਾ ਹੈ ਉਹ ਇਸ ਵਾਰ ਤੈਅ ਕਰੂਗਾ ਕਿ ਤਕਦੀਰ ਤੇ ਤਸਵੀਰ ਕਿਸ ਤਰ੍ਹਾਂ ਦੀ ਹੋਊਗੀ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਚੰਡੀਗੜ੍ਹ।